7 ਅਧਿਕਾਰੀ ਜਿਹੜੇ ਹੈਗੇ ਨੇ ਕਰਮਚਾਰੀ ਸਰਕਾਰੀ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਵਿਜੀਲੈਂਸ ਬਿਊਰੋ ਨੇ ਫੜ ਲਿਆ। ਵੀਰਵਾਰ ਨੂੰ ਇਹ ਸਾਰੀ ਦੀ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਗੁਲਮੋਹਰ ਪ੍ਰਾਪਰਟੀ ਗੁਲਮੋਹਰ ਨਾਂ ਦੀ ਇੱਕ ਕੰਪਨੀ ਹੈ ਜਿਸ ਦੇ 3 ਮਾਲਕਾਂ ਨੂੰ ਵੀ ਹੁਣ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਹਨਾਂ ਦੇ ਖਿਲਾਫ ਵੀ ਜਿਹੜਾ ਪਰਚਾ ਵੀਰਵਾਰ ਨੂੰ ਹੋਇਆ ਹੈ। ਕਾਊਂਟਰ ਟ੍ਰੈਪ ਦੇ ਵਿੱਚੋਂ ਫਸ ਗਏ ਤੇ ਵਿਜੀਲੈਂਸ ਨੇ ਮੌਕੇ ਤੋਂ ਉਹਨਾਂ ਨੂੰ ਰੰਗੇ ਹੱਥੀਂ ਫੜ ਲਿਆ। ਪੈਸਾ ਵੀ ਉਹ ਰਿਕਵਰ ਕਰ ਲਿਆ ਗਿਆ ਤੇ ਸ਼ਾਮ ਸੁੰਦਰ ਅਰੋੜਾ ਜੇਲ੍ਹ ਚਲੇ ਜਾਂਦੇ ਨੇ। ਇਸ ਕੇਸ ਦੇ ਵਿੱਚ ਮੰਤਰੀਆਂ ਤੋਂ ਲੈ ਕੇ ਅਫਸਰਾਂ ਤੱਕ ਸਾਰੇ ਗੇੜ ਵਿੱਚ ਆ ਗਏ। ਇਸ ਘੁਟਾਲੇ ਨੂੰ ਕਰਨ ਲਈ ਮੰਤਰੀ ਵੱਲੋਂ ਇੱਕ ਹਰੀ ਝੰਡੀ ਸੀ। ਆਈਐਸ ਅਫਸਰ ਜਿਹੜੀ ਨੀਲਮਾ ਸੀ ਉਸ ਦਾ ਇੱਕ ਬੜਾ ਮੇਜਰ ਰੋਲ ਸੀ। ਦੇਖੋ ਆਈਐਸ ਅਫਸਰਾਂ ਦੇ ਹੱਥ ਪੈਣਾ ਇੱਕ ਬੜੀ ਵੱਡੀ ਗੱਲ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਸਣੇ 10 ਹੋਰ ਵਿਅਕਤੀਆਂ ਦੇ ਉੱਤੇ ਪਰਚਾ ਦੇ ਦਿੱਤਾ ਹੈ ਪਲਾਟ ਘੁਟਾਲੇ ਦੇ ਅੰਦਰ। ਕੀ ਹੈ ਸਾਰਾ ਮਾਮਲਾ ਅੱਜ ਇਸ ਪ੍ਰੋਗਰਾਮ 'ਚ ਅਸੀਂ ਡਿਸਕਸ ਕਰਾਂਗੇ। ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਕਰਮਨ ਜੀ। ਰਿਤੇਸ਼ ਜੀ 10 ਸ਼ਾਮ ਸੁੰਦਰ ਅਰੋੜਾ ਤੇ ਪਰਚਾ ਹੋਇਆ, 10 ਹੋਰ ਮੁਲਾਜ਼ਮਾਂ ਤੇ ਪਰਚਾ ਜਿਨ੍ਹਾਂ ਵਿੱਚ ਇੱਕ IAS ਨੀਲਿਮਾ ਵੀ ਸ਼ਾਮਿਲ ਹਨ। ਕੀ ਹੈ ਸਾਰਾ ਮਾਮਲਾ? ਇਹਦੇ ਤੇ ਕਿਸ ਚੀਜ਼ ਦਾ ਘਪਲਾ ਸੀਗਾ ਇਹ? ਦੇਖੋ ਸ਼ੁਕਰਮਨ, ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ ਉਸ ਵਕਤ ਵੀ ਜਿਹੜਾ ਕੇਸ ਸੀ ਉਹ ਇੱਕ ਇੰਡਸਟਰੀਅਲ ਪਲਾਟ ਦੇ ਮੁਤਲਕ ਹੀ ਸੀ। ਵੀ ਉਸ ਇੰਡਸਟਰੀਅਲ ਪਲਾਟ ਨੂੰ ਮਨਜ਼ੂਰੀਆਂ ਜਿਹੜੀਆਂ ਦਵਾਈਆਂ ਗਈਆਂ ਜਾਂ ਸਰਕਾਰ ਨੇ ਜਿਹੜੀਆਂ ਵੀ ਮਨਜ਼ੂਰੀਆਂ ਦਿੱਤੀਆਂ ਉਸ ਦੇ ਵਿੱਚ ਮੰਤਰੀ ਦੀ ਜਿਹੜੀ ਭੂਮਿਕਾ ਸੀ ਜਾਂ ਉਹਨਾਂ ਦੇ ਮਹਿਕਮੇ ਦੀ ਭੂਮਿਕਾ ਸੀ, ਇਸ ਗੱਲਬਾਤ ਨੂੰ ਲੈ ਕੇ ਇੱਕ ਇਨਕੁਆਇਰੀ ਚੱਲਦੀ ਪਈ ਸੀ ਤੇ ਇਨਕੁਆਇਰੀ ਦਾ ਜਿਹੜਾ ਦਾਇਰਾ ਸੀ ਉਸ ਕੇਸ ਦੇ ਨਾਲ ਇਸ ਮੌਜੂਦਾ ਤਾਜ਼ਾ ਕੇਸ ਜਿਸ ਵਿੱਚ FIR ਹੁਣ ਰਜਿਸਟਰ ਕੀਤੀ ਗਈ ਹੈ ਤੇ ਅਧਿਕਾਰੀਆਂ ਨੂੰ ਗ੍ਰਿਫਤਾਰ ਤੱਕ ਕਰ ਲਿਆ ਗਿਆ। ਦੱਸਿਆ ਜਾ ਰਿਹਾ ਵੀ ਤਕਰੀਬਨ 7 ਅਧਿਕਾਰੀ ਜਿਹੜੇ ਹੈਗੇ ਨੇ ਕਰਮਚਾਰੀ ਸਰਕਾਰੀ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਵਿਜੀਲੈਂਸ ਬਿਊਰੋ ਨੇ ਫੜ ਲਿਆ। ਵੀਰਵਾਰ ਨੂੰ ਇਹ ਸਾਰੀ ਦੀ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇੱਕ ਦੂਸਰਾ ਪਰਚਾ ਜਿਹੜਾ ਹੈ ਸ਼ਾਮ ਸੁੰਦਰ ਅਰੋੜਾ ਦੇ ਖਿਲਾਫ ਦਰਜ ਕੀਤਾ ਗਿਆ। ਲੇਕਿਨ ਪਹਿਲਾ ਜਿਹੜਾ ਕੇਸ ਸੀ ਜਿਸ ਦੇ ਨਾਲ ਹੀ ਰਿਲੇਟਡ ਇਹ ਪੜਤਾਲ ਹੈ ਉਸ ਵਿੱਚ ਸ਼ਾਮ ਸੁੰਦਰ ਅਰੋੜਾ ਨੂੰ ਜਦੋਂ ਇਹ ਪਤਾ ਲੱਗਾ ਕਿ ਜਾਂਚ ਦਾ ਦਾਇਰਾ ਵਾਧਾ ਪਿਆ ਹੈ ਤੇ ਉਹਨਾਂ ਨੇ ਵਿਜੀਲੈਂਸ ਬਿਊਰੋ ਦੇ ਜਿਹੜੇ ਇੱਕ AIG ਪੱਧਰ ਦੇ ਅਧਿਕਾਰੀ ਸਨ ਮਨਮੋਹਨ ਸਿੰਘ, ਉਹਨਾਂ ਤੱਕ ਪਹੁੰਚ ਕੀਤੀ। ਮਨਮੋਹਨ ਸਿੰਘ ਦੇ ਉਹ ਕਹਿੰਦੇ ਘਰੇ ਵੀ ਗਏ ਤੇ ਉਸ ਵਕਤ ਉਹਨਾਂ ਨੂੰ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ। ਦੱਸਿਆ ਵੀ 50 ਲੱਖ ਰੁਪਏ ਰਿਸ਼ਵਤ ਜਿਹੜੀ ਮਨਮੋਹਨ ਕੁਮਾਰ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਜਿਹੜੇ ਡਾਇਰੈਕਟਰ ਵਰਿੰਦਰ ਕੁਮਾਰ ਹੈਗੇ ਨੇ ਉਹਨਾਂ ਦੇ ਨਾਲ ਰਲ ਕੇ ਇਸ ਸੰਬੰਧਿਤ ਅਫਸਰ ਜਿਸ ਦੇ ਕੋਲ ਪੜਤਾਲ ਸੀ ਉਸਨੇ ਇੱਕ ਟਰੈਪ ਵਿਛਾਇਆ ਤੇ ਚੰਡੀਗੜ੍ਹ ਦੇ ਨੇੜੇ ਜ਼ੀਰਕਪੁਰ ਦੇ ਕੋਸਮੋ ਮਾਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਰੰਗੇ ਹੱਥੀਂ। ਸ਼ਾਮ ਸੁੰਦਰ ਅਰੋੜਾ ਆਪਣੀ ਗੱਡੀ ਦੇ ਵਿੱਚ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਉਸ ਵਕਤ ਉਹਨਾਂ ਨੂੰ ਜਿਹੜਾ 50 ਲੱਖ ਰੁਪਏ ਦਾ ਰਿਸ਼ਵਤ ਦਾ ਪੈਸਾ ਦਿੱਤਾ ਗਿਆ ਸੀ ਜੋ ਕਿ ਉਹਨਾਂ ਨੇ ਇਸ ਵਿਜੀਲੈਂਸ ਅਫਸਰ ਨੂੰ ਦੇਣਾ ਸੀ ਜਿਸਨੇ ਹੁਣ ਉਹਨਾਂ ਤੇ ਹੀ ਟਰੈਪ ਲਾਤਾ ਸੀ। ਉਹ ਪੂਰਾ ਦਾ ਪੂਰਾ ਪੈਸਾ ਉਹਨੂੰ ਇਸੇ ਰੀਅਲਟਰ ਜਾਂ ਇਹਨਾਂ ਦੇ ਨਾਲ ਜੁੜੇ ਹੋਏ ਕੁਝ ਪ੍ਰਾਪਰਟੀ ਡੀਲਰਾਂ ਨੇ ਦਿੱਤਾ। ਹੁਣ ਮਸਲਾ ਇਹ ਸੀ ਕਿ ਜੋ ਕਿ ਜਾਂਚ ਦਾ ਦਾਇਰਾ ਵੱਧ ਰਿਹਾ ਸੀ, ਸ਼ਾਮ ਅਰੋੜਾ ਨੂੰ ਪਤਾ ਸੀ ਕਿ ਇਹ ਜਾਂਚ ਜੇ ਅੱਗੇ ਤੁਰਦੀ ਹੈ ਜਿਹੜੀ ਘਪਲੇਬਾਜ਼ੀ ਕੀਤੀ ਹੋਈ ਹੈ ਉਹ ਸਾਹਮਣੇ ਆ ਸਕਦੀ ਹੈ, ਤਾਂ ਹੀ ਕਰਕੇ ਉਹਨਾਂ ਨੇ 50 ਲੱਖ ਦੀ ਪੇਸ਼ਕਸ਼ ਕੀਤੀ। ਉਲਟਾ ਉਸੇ ਕਾਊਂਟਰ ਟ੍ਰੈਪ ਦੇ ਵਿੱਚੋਂ ਫਸ ਗਏ ਤੇ ਵਿਜੀਲੈਂਸ ਨੇ ਮੌਕੇ ਤੋਂ ਉਹਨਾਂ ਨੂੰ ਰੰਗੇ ਹੱਥੀਂ ਫੜ ਲਿਆ। ਪੈਸਾ ਵੀ ਉਹ ਰਿਕਵਰ ਕਰ ਲਿਆ ਗਿਆ ਤੇ ਸ਼ਾਮ ਸੁੰਦਰ ਅਰੋੜਾ ਜੇਲ੍ਹ ਚਲੇ ਜਾਂਦੇ ਨੇ। ਹੁਣ ਇਸ ਪੜਤਾਲ ਨੂੰ ਅੱਗੇ ਜਦੋਂ ਤੋਰਿਆ ਗਿਆ ਉਸ ਵਿੱਚ ਆ ਜਿਹੜਾ ਮੌਜੂਦਾ ਕੇਸ ਹੈ ਇਸ ਵਿੱਚ ਤਕਰੀਬਨ 25 ਏਕੜ ਦਾ ਇੱਕ ਇੰਡਸਟਰੀਅਲ ਪਲਾਟ ਸੀ ਜੋ ਕਿ ਸਾਲ 1987 ਤੇ 88 ਦੇ ਦੌਰਾਨ ਇੱਕ ਕੰਪਨੀ ਸੀ ਆਨੰਦ ਲੈਂਪਸ ਨਾਂ ਦੀ, ਆਨੰਦ ਲੈਂਪਸ ਲਿਮਿਟਿਡ ਨਾਂ ਦੀ ਕੰਪਨੀ ਸੀ। ਉਸ ਨੂੰ ਇਹ ਪਲਾਟ ਜਿਹੜਾ ਸੀ ਉਹ ਇੱਕ ਸੇਲ ਡੀਡ ਦੇ ਜ਼ਰੀਏ ਟ੍ਰਾਂਸਫਰ ਕੀਤਾ ਗਿਆ ਸੀ ਜਿਹੜਾ ਕਿ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਇੱਕ ਅਦਾਰਾ ਹੈ ਜੋ ਕਿ ਉਦਯੋਗਿਕ ਵਿਕਾਸ ਲਈ ਬਣਿਆ ਹੈ। ਸੋ ਇੰਡਸਟਰੀਅਲ ਪਲਾਟ ਅਲਾਟ ਹੁੰਦੇ ਨੇ ਤੇ ਉਸ ਕੰਪਨੀ ਨੂੰ ਅਲਾਟ ਹੋਇਆ। ਸੋ ਉਸ ਕੰਪਨੀ ਨੇ ਅੱਗੇ ਇੱਕ ਹੋਰ ਕੰਪਨੀ ਨੂੰ ਸਿਗਨੀਫਾਈ ਟੈਕਨੋਲੋਜੀਜ਼ ਨਾਂ ਦੀ ਕੰਪਨੀ ਸੀ ਉਸ ਨੂੰ ਇਹ ਪਲਾਟ ਜਿਹੜਾ ਸੀ ਵੇਚਤਾ, ਟ੍ਰਾਂਸਫਰ ਕਰਤਾ। ਤੀਸਰਾ ਜਿਹੜਾ ਇਸ ਪਲਾਟ ਦਾ ਬਾਇਰ ਸੀ ਉਹ ਸੀ ਗੁਲਮੋਹਰ ਪ੍ਰਾਪਰਟੀ। ਗੁਲਮੋਹਰ ਨਾਂ ਦੀ ਇੱਕ ਕੰਪਨੀ ਹੈ ਜਿਸ ਦੇ 3 ਮਾਲਕਾਂ ਨੂੰ ਵੀ ਹੁਣ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਹਨਾਂ ਦੇ ਖਿਲਾਫ ਵੀ ਜਿਹੜਾ ਪਰਚਾ ਵੀਰਵਾਰ ਨੂੰ ਹੋਇਆ ਹੈ। ਭਾਰਤ ਦੇ ਵਿੱਚ ਵੀਰਵਾਰ ਤੇ ਅੱਜ ਸਾਡੇ ਇੱਥੇ ਵੀ ਵੀਰਵਾਰ ਹੀ ਹੈ। ਸੋ ਇਸ ਕੇਸ ਦੇ ਵਿੱਚ ਘਪਲਾ ਇਹ ਸੀ ਕਿ 2 ਕੰਪਨੀਆਂ ਨੇ ਤਾਂ ਜਿਹੜਾ ਉਹਨਾਂ ਨੂੰ ਪਲਾਟ ਮਿਲੇ ਸੀ ਇੰਡਸਟਰੀਅਲ ਪਲਾਟ ਸੀ, ਉਦਯੋਗਿਕ ਵਿਕਾਸ ਲਈ ਜਾਂ ਕੋਈ ਉਦਯੋਗਿਕ ਇਕਾਈ ਬਣਾਉਣ ਲਈ ਉਹ ਪਲਾਟ 25 ਏਕੜ ਦੇ ਜਿਹੜੇ ਸੀ ਉਹਨਾਂ ਦੀ ਵਰਤੋਂ ਕੀਤੀ ਜਾਣੀ ਸੀ। ਲੇਕਿਨ ਇੱਕ ਕੰਪਨੀ ਨੇ ਦੂਸਰੀ ਨੂੰ ਵੇਚਿਆ, ਦੂਸਰੀ ਨੇ ਤੀਸਰੀ ਨੂੰ ਵੇਚਿਆ। ਹੁਣ ਜਿਹੜੀ ਤੀਸਰੀ ਕੰਪਨੀ ਖਰੀਦਦਾਰ ਗੁਲਮੋਹਰ ਨਾਂ ਦੀ ਹੈ ਇਹਦੀ ਕੁਝ ਟਾਊਨਸ਼ਿਪਸ ਹੈਗੀਆਂ ਨੇ ਮੋਹਾਲੀ ਦੇ ਇਲਾਕੇ ਦੇ ਵਿੱਚ, ਮੋਹਾਲੀ ਜ਼ਿਲ੍ਹੇ ਦੇ ਵਿੱਚ। ਸੋ ਇਸ ਕੰਪਨੀ ਨੇ ਇੱਕ ਆਪਣੇ ਵੱਲੋਂ ਪ੍ਰਪੋਜ਼ਲ ਡਰਾਫਟ ਕੀਤਾ ਤੇ ਉਹ ਪ੍ਰਪੋਜ਼ਲ ਸਰਕਾਰ ਨੂੰ ਭੇਜਤਾ। ਸੁੰਦਰ ਸ਼ਾਮ ਅਰੋੜਾ ਨੂੰ ਇਹ ਪ੍ਰਪੋਜ਼ਲ ਸਬਮਿਟ ਕੀਤਾ ਗਿਆ। ਸੁੰਦਰ ਸ਼ਾਮ ਅਰੋੜਾ ਨੇ ਆਪਣੇ PSIDC ਦਾ ਮਹਿਕਮਾ ਸੀ ਉਹਦੀ ਇੱਕ ਮੈਨੇਜਿੰਗ ਡਾਇਰੈਕਟਰ ਜਿਹੜੇ ਉਸ ਵਕਤ ਸੀ IAS ਅਫਸਰ ਨੀਲਮਾ, ਉਹਨਾਂ ਨੂੰ ਇਹ ਕੇਸ ਰੈਫਰ ਕੀਤਾ ਜਿਨ੍ਹਾਂ ਨੇ ਅੱਗੇ ਇੱਕ ਕਮੇਟੀ ਬਣਾਤੀ
ਤੇ ਕਮੇਟੀ ਦੇ ਵਿੱਚ ਟਾਊਨ ਪਲੈਨਰ ਲੈਵਲ ਦੇ ਉੱਤੇ ਜਾਂ ਹੋਰ ਜਿਹੜੇ ਵੀ ਅਧਿਕਾਰੀ ਸਨ, ਇੱਕ ਲੰਬਾ ਚੌੜਾ ਸਿਸਟਮ ਸੀਗਾ PSIDC ਦੇ ਅਫਸਰਾਂ ਦਾ। ਹੁਣ ਉਹਨਾਂ ਵਿੱਚੋਂ 7 ਜਿਹੜੇ ਅਫਸਰ ਨੇ ਉਹ ਨਾਮਜ਼ਦ ਨੇ, ਕੁਝ ਡੈਥ ਹੋਣ ਕਾਰਨ ਜਾਂ ਦੇਹਾਂਤ ਹੋਣ ਕਾਰਨ ਜਿਹੜੇ ਅਫਸਰ ਸੀ ਉਹਨਾਂ ਦਾ ਨਾਂ ਨਹੀਂ ਇਸ FIR ਦੇ ਵਿੱਚ ਪਾਇਆ ਜਾ ਸਕਿਆ ਜਾਂ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਹੋ ਪਈਆਂ। ਲੇਕਿਨ ਜਿਹੜੇ 7 ਅਫਸਰ ਸੀ ਇੰਕਲੂਡਿੰਗ IAS ਨੀਲਿਮਾ ਤੇ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ 3 ਜਿਹੜੇ ਰੀਐਲਟਰ ਸਨ, ਇਹ ਸਾਰੇ ਦੇ ਸਾਰਿਆਂ ਦੀ ਮਿਲੀ ਭੁਗਤ ਇਹ ਸੀ ਕਿ ਇਹਨਾਂ ਨੇ ਜਿਹੜੀ ਗੁਲਮੋਹਰ ਕੰਪਨੀ ਜਿਸਨੇ ਕਿ ਆਪਣਾ ਇੱਕ ਪ੍ਰੋਜੈਕਟ ਭੇਜਿਆ, ਪ੍ਰੋਜੈਕਟ ਰਿਪੋਰਟ ਜਾਂ ਪ੍ਰਪੋਜ਼ਲ ਜਿਸਨੂੰ ਕਹਿ ਸਕਦੇ ਆ, ਉਸ ਦੇ ਵਿੱਚ ਉਸ ਪਲਾਟ ਨੂੰ, ਉਹ ਤਕਰੀਬਨ 12 ਇੰਡਸਟਰੀਅਲ ਪਲਾਟ ਬਣਦੇ ਸੀ, ਜਿਨ੍ਹਾਂ ਨੂੰ ਵੰਡ ਕੇ ਉਹਨਾਂ ਦੀ ਤਕਸੀਮ ਕਰਕੇ ਇਹਨਾਂ ਨੇ 125 ਜਿਹੜੇ ਪਲਾਟਾਂ ਦੇ ਵਿੱਚ ਉਸਨੂੰ ਬਦਲਤਾ ਤੇ 125 ਜਿਹੜੇ ਕਮਰਸ਼ੀਅਲ ਪਰਪਸ ਲਈ ਅਤੇ ਕਮਰਸ਼ੀਅਲ ਕਮ ਰੈਜ਼ੀਡੈਂਸ ਪਰਪਸ ਲਈ ਜਿਹੜੇ ਪਲਾਟ ਜਿਹਨੂੰ ਕਹਿੰਦੇ ਵੀ ਕਲੋਨੀ ਕੱਟਤੀ, ਟਾਊਨਸ਼ਿਪ ਕੱਟਤੀ, ਉਸ ਦੇ ਵਿੱਚ ਰੈਜ਼ੀਡੈਂਸ਼ੀਅਲ ਵੀ ਹੋ ਸਕਦਾ ਹੈ, ਕਮਰਸ਼ੀਅਲ ਵੀ ਹੋ ਸਕਦਾ ਹੈ, ਤੇ ਉਸ ਨੂੰ ਅੱਗੇ ਲੋਕਾਂ ਨੂੰ ਵੇਚਤਾ। ਹੁਣ ਇਹ ਮੁਨਾਫਿਕਖੋਰੀ ਦਾ ਇੱਕ ਬੜਾ ਸੌਖਾ ਜਿਹਾ ਤਰੀਕਾ ਹੈ, ਤੁਸੀਂ ਵੱਡੇ ਪਲਾਟਾਂ ਜਿਨ੍ਹਾਂ ਨੂੰ ਇੰਡਸਟਰੀਅਲ ਇਕਾਈਆਂ ਦੇ ਪਰਪਸ ਲਈ ਤੁਸੀਂ ਬਣਾਉਣਾ ਸੀ, ਉਹਨਾਂ ਨੂੰ ਤੁਸੀਂ ਰਿਹਾਇਸ਼ੀ ਜਾਂ ਫਿਰ ਕਮਰਸ਼ੀਅਲ ਛੋਟੇ ਪਲਾਟਾਂ ਦੇ ਵਿੱਚ ਯੂਨਿਟਸ ਦੇ ਵਿੱਚ ਕੱਟ ਕੇ ਵੇਚੋ ਤੇ ਉਹਦਾ ਮੁਨਾਫਾ ਜ਼ਿਆਦਾ ਕਮਾਓ। ਸੋ ਵਿਜੀਲੈਂਸ ਬਿਊਰੋ ਦਾ ਆਪਣਾ ਅੰਦਾਜ਼ਾ ਇਹ ਹੈ ਕਿ ਤਕਰੀਬਨ 600 ਤੋਂ 700 ਕਰੋੜ ਦਾ ਘੁਟਾਲਾ ਇਹ ਕੀਤਾ ਗਿਆ, ਤੇ ਇਸ ਘੁਟਾਲੇ ਨੂੰ ਕਰਨ ਲਈ ਮੰਤਰੀ ਵੱਲੋਂ ਇੱਕ ਹਰੀ ਝੰਡੀ ਸੀ। IAS ਅਫਸਰ ਜਿਹੜੀ ਨੀਲਿਮਾ ਸੀ ਉਸਦਾ ਇੱਕ ਬੜਾ ਮੇਜਰ ਰੋਲ ਸੀ। ਉਸਨੇ ਜਿਹੜੀ ਅੱਗੇ ਕਮੇਟੀ ਬਣਾਈ, ਉਸਦੇ ਜਿਹੜੇ ਮੈਂਬਰ ਸੀਗੇ ਜੋ ਕਿ ਸਰਕਾਰੀ ਕਰਮਚਾਰੀ ਸੀ, ਇੰਜੀਨੀਅਰ ਲੈਵਲ ਦੇ ਅਫਸਰ ਸੀ, ਮੈਂ ਉਹਨਾਂ ਦੇ ਨਾਂ ਵੀ ਤੁਹਾਨੂੰ ਦੱਸਣਾ ਚਾਹਾਂਗਾ। ਇਹ ਜਿਹੜੇ ਨਾਂ ਹੈਗੇ ਨੇ, ਇਸ ਵਿੱਚ SP ਸਿੰਘ ਕਾਰਜਕਾਰੀ ਐਗਜ਼ੀਕਿਊਟਿਵ ਡਾਇਰੈਕਟਰ PSIDC ਦੇ ਆਉਂਦੇ ਨੇ, ਅੰਕੁਰ ਚੌਧਰੀ ਸਟੇਟ ਆਫਿਸਰ, ਸੁਖਦੀਪ ਸਿੰਘ ਸਿੱਧੂ ਆਉਂਦੇ ਨੇ, ਦਵਿੰਦਰਪਾਲ GM ਪਰਸੋਨਲ ਆਉਂਦੇ ਨੇ, ਤੇਜਵੀਰ ਸਿੰਘ DTP, ਇਹਨਾਂ ਦੀ ਹੁਣ ਮੌਤ ਹੋ ਚੁੱਕੀ ਹੈ, JS ਭਾਟੀਆ ਚੀਫ ਜਨਰਲ ਮੈਨੇਜਰ, ਆਸ਼ਿਮਾ ਅਗਰਵਾਲ ATP ਟਾਊਨ ਪਲੈਨਰ ਹੋਣਗੇ ਇਹ ਪਲੈਨਿੰਗ ਦੇ, ਪਰਮਿੰਦਰ ਸਿੰਘ ਐਗਜ਼ੀਕਿਊਟਿਵ ਇੰਜੀਨੀਅਰ ਹੈਗੇ ਨੇ, ਤੇ ਰਜਤ ਕੁਮਾਰ ਸ਼ਰਮਾ DA ਤੇ ਸੰਦੀਪ ਸਿੰਘ SDA ਸ਼ਾਮਲ ਨੇ। ਸੋ ਇਸ ਪੱਧਰ ਤੇ ਸਰਕਾਰੀ ਕਰਮਚਾਰੀ ਤੇ ਇਹਨਾਂ ਦੀ ਗ੍ਰਿਫਤਾਰੀਆਂ ਇਸ ਵਕਤ ਹੋ ਚੁੱਕੀਆਂ ਨੇ। ਸੋ ਪੰਜਾਬ ਦੀ ਕਰਪਸ਼ਨ ਦੇ ਖਿਲਾਫ ਜਿਹੜੀ ਲੜਾਈ ਹੈ ਉਸ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਬੜਾ ਵੱਡਾ ਕੇਸ ਮੰਨਿਆ ਜਾਏਗਾ, ਕਿਉਂਕਿ ਮੰਤਰੀ ਪਹਿਲੇ ਜੇਲ੍ਹ ਦੇ ਵਿੱਚ ਅੰਦਰ ਬੈਠਾ ਹੈ, ਇੱਕ IAS ਅਫਸਰ ਨਾਮਜ਼ਦ ਹੋ ਚੁੱਕਾ ਹੈ, ਤੇ ਉਸ ਦੇ ਨਾਲ ਹੁਣ ਐਡੇ ਵੱਡੇ ਪੱਧਰ ਦੇ ਉੱਤੇ ਸਰਕਾਰੀ ਅਫਸਰਾਂ ਦੀ ਜਿਹੜੀ ਧਰਪਕੜ ਹੋਈ ਹੈ, ਇਹ ਇੱਕ ਵਿਲੱਖਣ ਕੇਸ ਨਜ਼ਰ ਆਉਂਦਾ ਹੈ। ਕਿਉਂਕਿ ਪਹਿਲਾਂ ਅਸੀਂ ਅਕਸਰ ਮੰਤਰੀਆਂ ਸੰਤਰੀਆਂ ਦੇ ਉੱਤੇ ਤਾਂ ਗਾਸਗਿਰਦੀ ਦੇਖੀ ਹੈ, ਲੇਕਿਨ ਇਸ ਕੇਸ ਦੇ ਵਿੱਚ ਮੰਤਰੀਆਂ ਤੋਂ ਲੈ ਕੇ ਅਫਸਰਾਂ ਤੱਕ ਸਾਰੇ ਗੇੜ ਵਿੱਚ ਆ ਗਏ ਨੇ। ਜੀ ਤਾਂ ਸਰਕਾਰ ਨੇ ਇੱਕ ਸੁਨੇਹਾ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਵੀ ਕੋਈ ਕਰਪਸ਼ਨ 'ਚ ਇਨਵੋਲਵ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਪਰ ਰਿਤੇਸ਼ ਜੀ, ਇੱਕ ਗੱਲ ਹੋਰ ਵੀ ਦਿਖ ਰਹੀ ਹੈ, ਜੇ ਪੈਟਰਨ ਦੇਖਿਆ ਜਾਵੇ ਤਾਂ ਕਾਂਗਰਸ ਜਿਨ੍ਹਾਂ ਬੰਦਿਆਂ ਨੇ ਪਾਵਰ ਹੰਢਾਈ ਹੈ, ਵਜ਼ੀਰੀਆਂ ਹੰਢਾਈਆਂ ਨੇਗੀਆਂ, ਉਹ ਸਾਰੇ ਦੇ ਸਾਰੇ ਵਿਜੀਲੈਂਸ ਦੇ ਘੇਰੇ 'ਚ ਨੇ, ਸਾਰਿਆਂ ਦੇ ਉੱਤੇ ਹੀ ਕਰਪਸ਼ਨ ਦੇ ਐਲੀਗੇਸ਼ਨ ਨੇ, ਦੋਸ਼ ਨੇ, ਤੇ ਹੁਣ ਸ਼ਿਕਾਇਤਾਂ ਵੀ ਆ ਰਹੀਆਂ ਨੇ। ਕੇਸ ਬਲਬੀਰ ਸਿੰਘ ਸਿੱਧੂ, ਉਹਨਾਂ ਦੇ ਛੋਟੇ ਭਰਾ ਜੀਤੀ ਸਿੱਧੂ, ਫਿਰ ਭਾਰਤ ਭੂਸ਼ਣ ਆਸ਼ੂ ਆਲਰੇਡੀ ਜੇਲ੍ਹ 'ਚ ਨੇ, ਸ਼ਾਮ ਸੁੰਦਰ ਅਰੋੜਾ, ਮਤਲਬ ਕਿ ਜਿਹੜੇ ਕੈਬਨਿਟ 'ਚ ਸੀਗੇ ਉਹ ਤਾਂ ਸਾਰੇ ਇੱਕ ਤਰ੍ਹਾਂ ਤੋਂ ਕਹਿ ਲਓ ਵੀ ਸਾਰੇ ਨਹੀਂ, ਪਰ ਜਿਹੜੇ ਮੈਜੋਰਿਟੀ ਜਿਹੜੇ ਬੰਦੇ ਹੁਣ ਸਾਹਮਣੇ ਆ ਰਹੇ ਹੈਗੇ ਆ ਵੀ ਉਹਨਾਂ ਦੇ ਕਰਪਸ਼ਨ ਦੇ ਦੋਸ਼ ਹੀ ਬਹੁਤ ਗੰਭੀਰ ਨੇ। ਉਹ ਬਿਲਕੁਲ ਠੀਕ ਗੱਲ ਹੈ ਤੁਹਾਡੀ। ਦੇਖੋ, ਕਰਪਸ਼ਨ ਹੋਈ ਹੈ, ਕਰਪਸ਼ਨ ਹੁੰਦੀ ਰਹੀ ਹੈ, ਪਹਿਲੀਆਂ ਦੀ ਅਕਾਲੀ ਸਰਕਾਰਾਂ ਦੇ ਸਮਿਆਂ ਵੀ ਕਰਪਸ਼ਨ ਹੋਈ। ਉਹ ਕੇਸਾਂ ਨੂੰ ਕਿਵੇਂ ਖੁਰਦ-ਬੁਰਦ ਕੀਤਾ ਗਿਆ, ਕਦੇ ਹੋਰ ਕਹਾਣੀ ਡਿਸਕਸ ਕਰ ਲਾਂਗੇ। ਉਹਦੇ ਵਿੱਚ ਦੇਖੋ, ਪੰਜਾਬ ਦੇ ਤਤਕਾਲੀ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਬੇਟੇ ਸੁਖਬੀਰ ਬਾਦਲ, ਉਹਨਾਂ ਦੀ ਧਰਮ ਪਤਨੀ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਨੇ, ਉਹਨਾਂ ਦੇ ਖਿਲਾਫ ਐਡਾ ਵੱਡਾ ਵਿਜੀਲੈਂਸ ਦਾ ਕੇਸ ਸੀ। ਉਸ ਤੋਂ ਬਾਅਦ ਕਿਵੇਂ ਅਦਾਲਤਾਂ ਦੇ ਵਿੱਚ ਗਵਾਹ ਮੁੱਕਰੇ, ਫਿਰ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੇ ਇੰਪਰੂਵਮੈਂਟ ਟਰਸਟ ਲੁਧਿਆਣੇ ਦਾ, ਅੰਮ੍ਰਿਤਸਰ ਦੇ ਜਿਹੜੇ ਘੁਟਾਲਿਆਂ ਦੇ ਕੇਸ ਸੀ, ਉਹ ਵੀ ਅਦਾਲਤਾਂ ਦੇ ਵਿੱਚ ਗਿਰ ਗਏ, ਕਿਉਂਕਿ ਇਹਨਾਂ ਕੇਸਾਂ ਦੇ ਵਿੱਚ ਜਿਹੜੇ ਗਵਾਹ ਸੀ ਉਹ ਹੌਸਟਾਈਲ ਟਰਨ ਕੀਤੇ। ਪੰਜਾਬ ਦਾ ਇੱਕ ਇਤਿਹਾਸ ਰਿਹਾ ਇੱਥੇ ਵਿਜੀਲੈਂਸ ਬਿਊਰੋ ਦੀ ਜਿਹੜੀ ਐਕਸ਼ਨ ਸੀ ਉਹ 2002 ਤੋਂ 2007 ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਦੇ ਸਮੇਂ ਬਹੁਤ ਸਖਤ ਰਿਹਾ, ਤੇ ਇੰਜ ਲੱਗਾ ਲੋਕਾਂ ਨੂੰ ਵੀ ਪਤਾ ਨਹੀਂ ਪੰਜਾਬ ਦੇ ਵਿੱਚ ਕਰਪਸ਼ਨ ਦੇ ਖਿਲਾਫ ਕਿੱਡਾ ਵੱਡਾ ਜਿਹੜਾ ਜੰਗ ਛਿੜ ਚੁੱਕੀ ਹੈ। ਲੇਕਿਨ ਅਗਲੇ 15 ਸਾਲ ਦੇ ਵਿੱਚ ਲਗਾਤਾਰ ਗਿਰਾਵਟ ਆਈ ਤੇ ਲੋਕ ਬਹੁਤ ਦੁਖੀ ਸਨ, ਤੇ ਇੰਜ ਲੱਗ ਰਿਹਾ ਸੀ ਵੀ ਪਿਛਲੀ ਸਰਕਾਰ ਜਿਹੜੀ ਕਾਂਗਰਸ ਦੀ 5 ਸਾਲ ਦੀ ਰਹੀ, ਉਸ ਦੇ ਵਿੱਚ ਅੰਨ੍ਹੇਵਾਹ ਮੰਤਰੀਆਂ ਨੇ, ਕਿਉਂਕਿ ਹੋਏ ਗਿਆ ਸੀ ਜਦੋਂ ਵਿਜੀਲੈਂਸ ਬਿਊਰੋ ਨੇ ਕਾਰਵਾਈ ਕੀਤੀ 2002 ਤੋਂ 2007 ਤੱਕ, ਉਸ ਨੂੰ ਸਿਆਸੀ ਬਦਲਾਖੋਰੀ ਦਾ ਨਾਮ ਦਿੱਤਾ ਗਿਆ ਅਕਾਲੀ ਦਲ ਵੱਲੋਂ। ਸੋ ਉਹ ਸਾਰੇ ਦੇ ਸਾਰੇ ਕੇਸ ਸਿਆਸੀ ਬਦਲਾਖੋਰੀ ਦੀ ਕੈਟੇਗਰੀ ਵਿੱਚ ਆ ਗਏ। 2007 ਦੇ ਵਿੱਚ ਦੁਬਾਰਾ ਅਕਾਲੀ ਦਲ ਦੀ ਸਰਕਾਰ ਆ ਗਈ, ਉਹਨਾਂ ਨੇ ਆਪਣੇ ਪੁਰਾਣੇ ਜਿਹੜੇ ਕੇਸ ਸਨ ਉਹ ਸਾਰੇ ਨਵੇਂ ਵਿਜੀਲੈਂਸ ਦੇ ਅਫਸਰ ਲਾ ਲੂ ਕੇ ਸਾਰੇ ਖੁਰਦ-ਬੁਰਦ ਕਰਤੇ। ਸੋ ਉਹ ਜਿਹੜੇ ਕੇਸ ਖਤਮ ਹੋਏ, ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਕਰਪਸ਼ਨ ਇੱਕ ਇਸ਼ੂ ਨਹੀਂ ਰਿਹਾ, ਤੇ 2017 ਤੋਂ ਲੈ ਕੇ 2022 ਤੱਕ ਦਾ ਜਿਹੜਾ ਸਮਾਂ ਰਿਹਾ, ਇਸ ਦੌਰਾਨ ਜਿਹੜੀ ਕਾਂਗਰਸ ਸਰਕਾਰ ਦੇ ਮੰਤਰੀਆਂ ਜਾਂ ਉਹਨਾਂ ਦੇ ਕਈ ਮੰਤਰੀਆਂ ਵੱਲੋਂ ਖੁੱਲੇਆਮ ਜਿਹੜੇ ਘਪਲੇ ਕੀਤੇ ਗਏ, ਉਹਨਾਂ ਦਾ ਹੁਣ ਹਿਸਾਬ ਕਿਤਾਬ ਕਿਤੇ ਹੋ ਨਹੀਂ ਹੈ। ਤੇ ਇਹ ਸ਼ਾਮ ਸੁੰਦਰ ਅਰੋੜਾ ਵਾਲਾ ਜਿਹੜਾ ਕੇਸ ਹੈ, ਇਹ ਆਪਣੇ ਆਪ ਵਿੱਚ ਅਜੀਬ ਇਸ ਵਾਸਤੇ ਵੀ ਹੈ ਕਿਉਂਕਿ ਮੰਤਰੀ ਸਾਹਿਬ ਨੂੰ ਇੰਨਾ ਡਰ ਲੱਗਿਆ, ਖੁਦ 50 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਵਿਜੀਲੈਂਸ ਬਿਊਰੋ ਦੇ ਘਰ ਦੇ ਅਫਸਰ ਦੇ ਘਰੇ ਪਹੁੰਚ ਗਏ, ਉਹਨੇ ਜਿੱਥੇ ਕਿਹਾ ਫਿਰ ਉਹਨੂੰ ਬੁਲਾ ਲਿਆ ਗਿਆ ਤੇ ਖੁਦ ਉਸ ਟਰੈਪ ਦੇ ਵਿੱਚ ਆ ਗਏ।
ਸੋ ਇੱਥੋਂ ਪਤਾ ਲੱਗਦਾ ਕਿ ਬਹੁਤ ਕੁਝ ਹੋਇਆ, ਲੇਕਿਨ ਵੱਡੀ ਗੱਲ ਇਹ ਹੁੰਦੀ ਹੈ ਇੱਥੇ ਸ਼ੁਭਕਰਮਨ ਕਿ ਦੇਖੋ ਸਿਆਸੀ ਲੈਵਲ ਦੇ ਉੱਤੇ ਮੰਤਰੀਆਂ ਸੰਤਰੀਆਂ ਦੇ ਤਾਂ ਹੱਥ ਪੈ ਜਾਂਦਾ, ਲੇਕਿਨ ਜਦੋਂ ਤੁਸੀਂ ਕਾਗਜ਼ਾਂ ਦੀ ਗਹਿਰਾਈ ਵਿੱਚ ਜਾ ਕੇ ਉਹ ਫਰਾਡ ਨੂੰ ਵਾਕਈ ਫੜਦੇ ਹੋ ਤੇ ਫਿਰ ਕੇਸਾਂ ਨੂੰ ਅਦਾਲਤਾਂ ਦੇ ਵਿੱਚ ਸਹੀ ਸਾਬਤ ਕਰਾਉਂਦੇ ਹੋ, ਜਿਵੇਂ ਇਸ ਕੇਸ ਦੇ ਵਿੱਚ ਆ ਜਿਹੜਾ ਹੁਣ ਆਪਾਂ ਗੁਲਬੋਰ ਦੀ ਟਾਊਨਸ਼ਿਪ ਵਾਲਾ ਕੇਸ ਡਿਸਕਸ ਕਰ ਰਹੇ ਹਾਂ, ਜਿਸ ਦੇ ਹੇਠ ਕਾਰਵਾਈ ਹੋਈ ਹੈ। ਸੋ ਉਸ ਕੇਸ ਦੇ ਵਿੱਚ ਕਾਗਜ਼ ਦੇ ਉੱਤੇ ਜਿਹੜਾ ਰਿਕਾਰਡ ਸੀ ਉਸ ਦੇ ਵਿੱਚ ਵੀ ਟੈਂਪਰਿੰਗ ਕੀਤੀ ਗਈ, ਉਸ ਦੇ ਵਿੱਚ ਫੋਰਜਰੀ ਕੀਤੀ ਗਈ, ਕਿਉਂਕਿ ਰਿਕਾਰਡ ਜਿਹੜਾ ਪੁਰਾਣਾ ਰਿਕਾਰਡ ਸੀ ਜਿਹੜੀ ਆਨੰਦ ਲੈਂਪਸ ਨਾਂ ਦੀ ਕੰਪਨੀ ਨੂੰ ਕੁਝ ਸ਼ਰਤਾਂ ਦੇ ਉੱਤੇ ਅਲਾਟ ਹੁੰਦੇ ਨੇ, ਜਿਹੜੇ ਇੰਡਸਟਰੀਅਲ ਪਲਾਟ ਹੁੰਦੇ ਨੇ ਉਹ ਸ਼ਰਤਾਂ ਦੇ ਤਹਿਤ ਅਲਾਟ ਹੋਏ ਹੁੰਦੇ ਨੇ, ਉਹਨਾਂ ਸ਼ਰਤਾਂ ਤਹਿਤ ਤੁਸੀਂ ਉਹਦੀ ਜਿਹੜੀ ਵਰਤੋਂ ਹੈ ਉਹਨੂੰ ਉਦਯੋਗਿਕ ਇਕਾਈ ਦੇ ਪੱਖੋਂ ਜਾਂ ਇਸੇ ਪਰਪਸ ਲਈ ਇੰਡਸਟਰੀਅਲ ਪਰਪਸ ਲਈ ਕਰਨੀ ਹੈ। ਲੇਕਿਨ ਜਦੋਂ ਤੁਸੀਂ ਇਸ ਤਰੀਕੇ ਦੀ ਦਾੜੋ ਕੁਛੜੂ ਜਿਹਨੂੰ ਕਹਿੰਦੇ ਆ ਵੀ ਗੋਲਮਾਲ ਜਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਉਹਦੀ ਰਿਹਾਇਸ਼ੀ ਕਲੋਨੀਆਂ ਕੱਟ ਕੇ ਉਹਨੂੰ ਵੇਚਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਤੁਹਾਨੂੰ ਕਾਗਜ਼ਾਂ ਦੇ ਉੱਤੇ ਬਹੁਤ ਕੁਝ ਕਰਨਾ ਪਿਆ, ਤੇ ਇੱਥੇ ਹੀ ਇਹ ਅਫਸਰ ਜਾਂ ਇਹ ਮੰਤਰੀ ਸੰਤਰੀਆਂ ਨੇ ਮਾਰ ਖਾਧੀ, ਕਿਉਂਕਿ ਜਿਹੜਾ ਇਹਨਾਂ ਦੀ ਕਮੇਟੀ ਬਣੀ ਸੀ, ਕਮੇਟੀ ਨੇ ਹੁਣ ਤੁਸੀਂ ਦੇਖੋ ਕਮੇਟੀ ਕੋਲ ਕਈ ਡਾਕੂਮੈਂਟਸ ਹੁੰਦੇ ਨੇ, ਉਸ ਦੇ ਵਿੱਚ ਜਿਹੜਾ ਪ੍ਰਪੋਜ਼ਲ ਕੰਪਨੀ ਨੇ ਦਿੱਤਾ, ਉਹਦੀ ਪ੍ਰੋਜੈਕਟ ਰਿਪੋਰਟ, ਉਹਦੇ ਆਰਟੀਕਲਸ ਆਫ ਐਸੋਸੀਏਸ਼ਨ, ਉਹਦਾ ਮੈਮੋਰੈਂਡਮ ਆਫ ਐਸੋਸੀਏਸ਼ਨ, ਇਹ ਸਾਰੀ ਚੀਜ਼ਾਂ ਨੂੰ ਘੋਖਣਾ ਸੀ। ਉਸ ਤੋਂ ਬਾਅਦ ਇਹ ਦੇਖਣਾ ਸੀ ਕਿ ਕੀ ਇੰਡਸਟਰੀਅਲ ਇਕਾਈ ਜਾਂ ਇੰਡਸਟਰੀਅਲ ਪਲਾਟ ਨੂੰ ਤੁਸੀਂ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਯੂਨਿਟਸ ਦੇ ਵਿੱਚ ਬਦਲ ਕੇ ਇਸ ਤਰੀਕੇ ਦੇ ਨਾਲ ਉਸਨੂੰ ਟਾਊਨਸ਼ਿਪ ਦੇ ਵਿੱਚ ਕਨਵਰਟ ਕਰ ਸਕਦੇ ਹੋ। ਗੁਲਮੋਹਰ ਕੰਪਨੀ ਦਾ ਆਪਣਾ ਕੋਈ ਇੰਡਸਟਰੀਅਲ ਪਿਛੋਕੜ ਨਹੀਂ, ਉਹ ਇੱਕ ਰੀਅਲ ਏਸਟੇਟ ਜਾਂ ਫਿਰ ਇੱਕ ਡਿਵੈਲਪਰ ਜਾਂ ਬਿਲਡਰ ਦੇ ਰੂਪ ਵਿੱਚ ਕੰਮ ਕਰਨ ਵਾਲੀ ਕੰਪਨੀ ਹੈ। ਸੋ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਸੀ ਪ੍ਰਪੋਜ਼ਲ ਬਣਾ ਕੇ ਭੇਜਤਾ। ਹੁਣ ਇੱਥੇ ਵੀ ਦੱਸਿਆ ਜਾਂਦਾ 1988 ਤੋਂ ਲੈ ਕੇ ਇਹਨਾਂ ਤੋਂ ਇੱਕ ਫੀਸ ਵਸੂਲੀ ਜਾਣੀ ਸੀ, ਜੋ ਕਿ 20 ਰੁਪਏ ਪਰ ਗਜ ਦੇ ਹਿਸਾਬ ਨਾਲ ਤੇ 3 ਰੁਪਏ ਪਰ ਸਾਲ ਦੇ ਹਿਸਾਬ ਨਾਲ ਉਹਦਾ ਜਿਹੜਾ ਅਮਾਊਂਟ ਕਰੀਬਨ 1.5 ਕਰੋੜ ਦਾ ਅਮਾਊਂਟ ਬਣਦਾ ਸੀ। ਲੇਕਿਨ ਪਹਿਲਾਂ ਇਹਨਾਂ ਨੇ ਡਰਾਫਟ 23 ਜਾਂ 25 ਲੱਖ ਰੁਪਏ ਦਾ ਡਰਾਫਟ ਲਗਾ ਕੇ 1.25 ਕਰੋੜ ਰੁਪਇਆ ਉੱਥੇ ਬਚਾ ਲਿਆ ਕੰਪਨੀ ਨੇ ਆਪਣਾ। ਸੋ ਅਫਸਰਾਂ ਨੇ ਅੱਖਾਂ ਮੀਟ ਲਈਆਂ, ਅਫਸਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਨਾ ਉਸ ਚੀਜ਼ ਨੂੰ ਫਲੈਗ ਕੀਤਾ। ਉਹ ਮੰਗ ਵੀ ਨਹੀਂ ਸੀ, ਇਨਫੈਕਟ ਵੀ ਕਿਸੇ ਨੇ ਮੰਗਿਆ ਵੀ ਨਹੀਂ ਉਹਨਾਂ ਤੋਂ 1.5 ਕਰੋੜ, ਲੇਕਿਨ ਉਹਨੂੰ ਪਤਾ ਸੀ ਵੀ 1 ਕਰੋੜ 51 ਲੱਖ ਦੀ ਦੇਣਦਾਰੀ ਹੈ, ਅਸੀਂ 23 24 25 ਲੱਖ ਰੁਪਇਆ ਪਹਿਲਾਂ ਦੇ ਕੇ 1.5 ਕਰੋੜ ਆਪਣਾ ਬਚਾ ਜੀ। ਇਹ ਘਪਲਾ ਹੋਇਆ। ਫੋਰਜਰੀ ਜਿਹੜੀ ਕੀਤੀ ਗਈ, ਰਿਕਾਰਡ ਨੂੰ ਟੈਂਪਰ ਕੀਤਾ ਗਿਆ, ਉਹ ਚੀਜ਼ਾਂ ਨੂੰ ਅੱਖੋਂ ਪਰੋਖੇ ਕਰਤਾ ਗਿਆ ਵੀ ਇੰਡਸਟਰੀਅਲ ਇਕਾਈ ਨੂੰ, ਇੰਡਸਟਰੀਅਲ ਪਲਾਟ ਨੂੰ ਤੁਸੀਂ ਕਿਹੜੀਆਂ ਕਾਨੂੰਨ ਕਿਹੜੀਆਂ ਸ਼ਰਤਾਂ ਦੇ ਤਹਿਤ ਕਨਵਰਟ ਕਰ ਹੀ ਨਹੀਂ ਸਕਦੇ ਸੀ, ਲੇਕਿਨ ਕਰਤਾ ਗਿਆ। ਸੋ ਉੱਥੇ 2 ਅਜਿਹੇ ਕਹਿੰਦੇ ਡਾਕੂਮੈਂਟ ਵੀ ਇਹਨਾਂ ਨੇ ਵਿੱਚ ਇਨਸਰਟ ਕੀਤੇ ਉਸ ਫਾਈਲ ਦੇ, ਜੋ ਕਿ ਮੇਲ ਨਹੀਂ ਖਾਂਦੇ ਸੀ ਹੋਰ ਪੰਨਿਆਂ ਦੇ ਨਾਲ। ਇਸ ਤੋਂ ਇਲਾਵਾ ਹੋਰ ਜਿਹੜੇ ਮਹਿਕਮੇ ਹੁੰਦੇ ਨੇ, ਪੋਲਿਊਸ਼ਨ ਕੰਟਰੋਲ ਬੋਰਡ ਦਾ ਮਹਿਕਮਾ ਹੈ, ਲੋਕਲ ਬੋਡੀਜ਼ ਦਾ ਮਹਿਕਮਾ ਹੈ, ਮਿਊਨਿਸਪੈਲਿਟੀ ਦੇ ਪਰਮਿਸ਼ਨਸ ਹੈਗੀਆਂ ਨੇ, ਉਹਨਾਂ ਤੋਂ ਕੋਈ ਨੋ ਆਬਜੈਕਸ਼ਨ ਸਰਟੀਫਿਕੇਟ ਲੈਣੇ ਸੀ ਜਾਂ ਕੁਝ ਹੋਰ ਉਹਨਾਂ ਤੋਂ ਪਰਮਿਸ਼ਨਸ ਲੈਣੀਆਂ ਸੀ, ਉਹ ਵੀ ਨਹੀਂ ਲਈਆਂ ਗਈਆਂ। ਸੋ ਸਾਰੀ ਚੀਜ਼ਾਂ ਨੂੰ ਤੁਸੀਂ ਨਿਯਮਾਂ ਨੂੰ, ਪ੍ਰੋਟੋਕੋਲਸ ਨੂੰ ਛਿੱਕੇ ਤੇ ਟੰਗ ਕੇ ਤੁਸੀਂ ਪ੍ਰਪੋਜ਼ਲ ਨੂੰ ਪੂਰੀ ਦੀ ਪੂਰੀ ਕਮੇਟੀ ਸਰਕਾਰੀ ਅਫਸਰਾਂ ਦੀ ਰਲ ਜਾਂਦੀ ਹੈ। ਉੱਤੋਂ ਆਈਐਸ ਅਫਸਰ ਮੈਨੇਜਿੰਗ ਡਾਇਰੈਕਟਰ ਦਾ ਇਸ਼ਾਰਾ ਹੈ ਤੇ ਉਸ ਦੇ ਉੱਤੇ ਮੰਤਰੀ ਦਾ ਇਸ਼ਾਰਾ ਹੈ। ਸੋ ਸਾਰੇ ਦੇ ਸਾਰੇ ਮਿਲੀ ਭੁਗਤ ਕਰਦੇ ਨੇ ਤੇ ਇੱਕ ਰੀਅਲ ਏਸਟੇਟ ਕੰਪਨੀ ਨੂੰ ਐਡੀ ਵੱਡੀ ਬੈਨੀਫਿਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਸੋ ਚੰਗੀ ਗੱਲ ਹੈ। ਜਿੱਥੇ ਤੁਸੀਂ ਹੋਰ ਮੰਤਰੀਆਂ ਸੰਤਰੀਆਂ ਦੀ ਗੱਲ ਕੀਤੀ, ਕੇਸ ਟੂ ਕੇਸ ਬੇਸਿਸ ਹੈ, ਕਿਉਂਕਿ ਇਸ ਕੇਸ ਦੇ ਵਿੱਚ ਚੀਜ਼ਾਂ ਬਹੁਤ ਖੁੱਲ ਕੇ ਨਿਖਰ ਕੇ ਸਾਹਮਣੇ ਹੈ। ਤੇ ਮੈਨੂੰ ਲੱਗਦਾ ਸਰਕਾਰ ਤੇ ਚਲੋ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੇ ਤਾਂ ਜੋ ਕੰਮ ਕੀਤਾ ਸੋ ਕੀਤਾ। ਆਪਾਂ ਪੋਲੀਟੀਕਲ ਲੀਡਰਸ਼ਿਪ ਉੱਤੇ ਸਿਹਰਾ ਤਾਂ ਬੰਨਦੇ ਹੀ ਆ, ਬੰਨ ਸਕਦੇ ਹੀ ਆ, ਬੰਨਣਾ ਬਣਦਾ ਵੀ ਹੈ। ਲੇਕਿਨ ਇੱਥੇ ਵਿਜੀਲੈਂਸ ਬਿਊਰੋ ਦੇ ਜਿਹੜੇ ਡਾਇਰੈਕਟਰ ਨੇ ਵਰਿੰਦਰ ਕੁਮਾਰ ਤੇ ਉਹ ਜਿਹੜੇ ਅਧਿਕਾਰੀ ਹੈਗੇ ਨੇ ਮਨਮੋਹਨ ਸ਼ਰਮਾ, ਉਹਨਾਂ ਦਾ ਇੱਕ ਬੜਾ ਵੱਡਾ ਰੋਲ ਹੈ, ਕਿਉਂਕਿ ਅਸਲ ਦੇ ਵਿੱਚ ਉਸ ਅਫਸਰ ਨੇ ਹੀ ਇਹ ਪੂਰੀ ਦੀ ਪੂਰੀ ਕਾਰਵਾਈ ਨੂੰ ਇੱਕ ਮੈਂ ਕਹਾਂਗਾ ਨਿਰਪੱਖ ਹੋ ਕੇ ਇੱਕ ਬਹੁਤ ਹੀ ਇਮਾਨਦਾਰ ਤਰੀਕੇ ਦੇ ਨਾਲ ਕੀਤਾ। 50 ਲੱਖ ਰੁਪਏ ਦੀ ਰਿਸ਼ਵਤ ਦੀ ਆਫਰ ਸੀ। ਮੰਤਰੀ ਨੂੰ ਤੁਸੀਂ ਦੇਖੋ ਵੀ ਸਰਕਾਰੀ ਅਫਸਰ ਦੇ ਲਈ ਕਿੱਡਾ ਔਖਾ ਹੁੰਦਾ ਕਿਸੇ ਮੰਤਰੀ ਦੇ ਨਾਲ ਪੰਗਾ ਲੈਣਾ। ਤੇ ਸੁੰਦਰ ਸ਼ਾਮ ਅਰੋੜਾ ਨੂੰ ਉਹਨਾਂ ਨੇ 50 ਲੱਖ ਰੁਪਏ ਦੀ ਰਿਸ਼ਵਤ ਦੇ ਕੇਸ ਦੇ ਵਿੱਚ, ਪਹਿਲਾਂ ਤਾਂ ਉਹ ਕੇਸ ਦੇ ਵਿੱਚੋਂ ਰੰਗੇ ਹੱਥੀਂ ਫੜੇ ਗਏ ਤੇ ਉਸ ਤੋਂ ਬਾਅਦ ਕਹਿਣ ਸੁਣਨ ਨੂੰ ਤਾਂ ਕੁਝ ਬਚੇ ਨਹੀਂ ਨਾ। ਤੇ ਉਸ ਤੋਂ ਬਾਅਦ ਇਨਕੁਆਇਰੀਆਂ ਤਾਂ ਉਸ ਵਕਤ ਚੱਲਦੀਆਂ ਪਈਆਂ ਸੀ, ਤਾਂ ਇਨਕੁਆਇਰੀ ਸਟੇਜ ਦੇ ਉੱਤੇ ਸੀ। ਪਰਚੇ ਤਾਂ ਰਜਿਸਟਰ ਹੋਣੇ ਹੁਣ ਸ਼ੁਰੂ ਹੋਏ ਨੇ। ਇਹ ਜਿਹੜੇ ਕਪੜੇ, ਇਹ ਪਹਿਲਾ ਪਰਚਾ ਉਸ ਤਰੀਕੇ ਦਾ ਆਪਾਂ ਮੰਨਾਂਗੇ ਜਿਸ ਵਿੱਚ ਕਿ ਇਨਕੁਆਇਰੀਆਂ ਪਹਿਲਾਂ ਚੱਲਦੀਆਂ ਸੀ, ਲੇਕਿਨ ਹੁਣ ਇਹ ਇੱਕ ਘੁਟਾਲਾ ਜਿਹੜਾ ਸੀ ਉਸ ਦੇ ਵਿੱਚ ਪਰਚਾ ਦਰਜ ਹੋਇਆ। ਪਹਿਲੇ ਦਿਨ ਹੀ ਜਿਹੜੀ ਵੱਡੀ ਕਾਰਵਾਈ ਹੋਈ ਹੈ, 7 ਅਫਸਰਾਂ ਨੂੰ ਚੜਾ ਚੁੱਕਿਆ ਜਾ ਚੁੱਕਿਆ ਹੈ। ਆ ਜਿਹੜੀ ਕੰਪਨੀ ਹੈ ਇਸ ਦੇ ਜਿਹੜੇ ਮਾਲਕ ਹੈਗੇ ਨੇ ਜਾਂ ਪਾਰਟਨਰਸ ਹੈਗੇ, ਡਾਇਰੈਕਟਰਸ ਹੈਗੇ ਨੇ, ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਹੈਗੇ ਨੇ। ਸੋ ਹੁਣ ਵੇਖਦੇ ਵੀ ਅਦਾਲਤਾਂ ਦੇ ਵਿੱਚ ਕੇਸ ਕਿਵੇਂ ਟਿਕਦਾ ਹੈ, ਜਾਂ ਇਸ ਕੇਸ ਦੇ ਵਿੱਚ ਜਿਹੜਾ ਡਿਫੈਂਸ ਹੈ, ਬਚਾਅ ਪੱਖ ਹੈ, ਉਹ ਕੀ ਦਲੀਲਾਂ ਦਿੰਦਾ, ਤਕਰੀਰਾਂ ਦਿੰਦਾ। ਲੇਕਿਨ ਨਿਸ਼ਚਿਤ ਤੌਰ ਤੇ ਵਿਜੀਲੈਂਸ ਬਿਊਰੋ ਦੀ ਅਫਸਰਾਂ ਦੀ ਇੱਕ ਚੰਗੀ ਕਾਰਵਾਈ ਤੇ ਪੋਲੀਟੀਕਲ ਲੀਡਰਸ਼ਿਪ ਨੂੰ ਵੀ ਜਿਹੜਾ ਕ੍ਰੈਡਿਟ ਦੇਣਾ ਬਣਦਾ ਉਹ ਦਿੱਤਾ ਜਾਣਾ ਚਾਹੀਦਾ ਹੈ। ਜੀ ਰਿਤੇਸ਼ ਜੀ, ਜਿਵੇਂ ਤੁਸੀਂ ਕਿਹਾ ਵੀ ਬਹੁਤ ਵਾਰੀ ਕੇਸ ਕਰ ਦਿੱਤੇ ਜਾਂਦੇ ਹੈ, ਜੇਲ੍ਹ ਵੀ ਹੋ ਜਾਂਦੀ ਹੈ, ਪਰ ਉਹਦੇ ਜਿਹੜਾ ਲੌਜੀਕਲ ਐਂਡ ਤੱਕ ਕੇਸ ਨਹੀਂ ਪਹੁੰਚ ਪਾਉਂਦਾ, ਗਵਾਹ ਮੁੱਕਰ ਜਾਂਦੇ ਨੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਪ੍ਰੋਸੈਸਿਸ ਹੁੰਦੇ ਨੇਗੇ। ਤਾਂ ਇਸ ਕੇਸਾਂ ਦੇ ਅੰਦਰ ਵੀ ਇੱਕ ਇਹੋ ਜਿਹੀ ਸੰਭਾਵਨਾ ਤੁਹਾਨੂੰ ਲੱਗ ਰਹੀ ਹੈ ਕਿ ਪਹਿਲੇ ਦਿਨ ਤੋਂ ਹੀ ਕੇਸ ਬੜੇ ਵਾਟਰ ਟਾਈਟ ਤਰੀਕੇ ਨਾਲ ਪ੍ਰੋਸੀਡ ਕੀਤਾ ਜਾ ਰਿਹਾ ਹੈਗਾ?
ਦੇਖੋ ਜੀ ਬਿਲਕੁਲ ਇਹ ਤੁਹਾਡਾ ਬੜਾ ਇੰਪੋਰਟੈਂਟ ਸਵਾਲ ਹੈ ਕਿ ਕੇਸ ਸ਼ੁਰੂ ਕਿਵੇਂ ਹੁੰਦਾ। ਬਹੁਤ ਹੀ ਧੜੱਲੇ ਦੇ ਨਾਲ ਸ਼ੁਰੂਆਤਾਂ ਹੁੰਦੀਆਂ ਨੇ ਕੇਸਾਂ ਦੀ। ਜਿਵੇਂ ਅੱਜ ਆਪਾਂ ਜੀ ਡਿਸਕਸ ਕਰ ਰਹੇ ਜੀ, 7 ਅਫਸਰ ਫੜ ਲਏ ਜੀ, ਮੰਤਰੀ ਨੂੰ ਨਾਮਜ਼ਦ ਕਰਤਾ, ਆਈਐਸ ਅਫਸਰ ਨੀਲਿਮਾ। ਦੇਖੋ ਆਈਐਸ ਅਫਸਰਾਂ ਤੇ ਹੱਥ ਪੈਣਾ ਇੱਕ ਬੜੀ ਵੱਡੀ ਗੱਲ ਹੈ। ਮੈਂ ਜੀ ਪਹਿਲਾਂ ਬਹੁਤ ਸੇ ਅਜਿਹੇ ਕੇਸ ਵੇਖੇ ਨੇ ਜਿੱਥੇ ਕਿ ਬਿਊਰੋਕ੍ਰੇਸੀ ਜਿਹੜੀ ਹੈ ਨਾ, ਅਫਸਰਸ਼ਾਹੀ, ਨੌਕਰਸ਼ਾਹੀ ਜੀ ਹੈ ਵੈਸੇ, ਉਹ ਹਮੇਸ਼ਾ ਅਫਸਰ ਬਹੁਤ ਹੀ ਜਿਵੇਂ ਮੱਖਣ ਚੋਂ ਚਾਕੂ ਪਾਰ ਕਰਦਾ ਉਵੇਂ ਨਿਕਲ ਜਾਂਦੇ ਨੇ। ਜੀ ਲੇਕਿਨ ਇਸ ਕੇਸ ਦੇ ਵਿੱਚ ਹੁਣ ਇਹ ਜਿਹੜਾ ਘੇਰਾ ਹੈ ਉਹ ਮਜ਼ਬੂਤ ਪਿਆ ਹੈ। ਅਫਸਰਾਂ ਦੀ ਜਿਹੜੀ ਜਵਾਬਦੇਹੀ ਹੈ, ਮੇਰੇ ਲਈ ਇਸ ਕੇਸ ਦੇ ਵਿੱਚ ਜਿਹੜੀ ਵਿਲੱਖਣ ਗੱਲ ਦੇਖੋ, ਸੁੰਦਰ ਸ਼ਾਮ ਅਰੋੜਾ ਦਾ ਗ੍ਰਿਫਤਾਰ ਹੋਣਾ, ਪੋਲੀਟੀਕਲ ਲੀਡਰ ਹੈਗੇ ਨੇ, ਉਹ ਹਮੇਸ਼ਾ ਕਹਿ ਸਕਦੇ ਨੇ ਵੀ ਉਹਨਾਂ ਦੀ ਪਾਰਟੀ ਨੇ ਖੜੇ ਹੋ ਜਾਣਾ ਹੈ ਕਿਸੇ ਨਾ ਕਿਸੇ ਸਮੇਂ ਤੇ ਆ ਕੇ, ਜੀ ਦੇਖੋ ਬਦਲੇਖੋਰੀ ਦੀ ਭਾਵਨਾ ਦੇ ਨਾਲ ਕੰਮ ਕੀਤਾ ਜਾ ਰਿਹਾ। ਰਾਜੇ ਵੜਿੰਗ ਵਰਗੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ, ਤੁਸੀਂ ਦੇਖਿਆ ਇਹ ਵੀ ਲੁਧਿਆਣੇ ਵਿੱਚ ਜਾ ਕੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਇਹਨਾਂ ਨੇ ਇੱਕ ਤਰੀਕੇ ਦਾ ਪੁਲਿਸ ਦਾ ਹੀ ਘਿਰਾਅ ਕਰਨ ਦੀ ਵੀ ਕੋਸ਼ਿਸ਼ ਹੋਈ ਸੀ। ਉਹ ਸਾਰੀ ਜਿਹੜੀ ਸਟੈਂਡ ਆਫ ਬਣਿਆ ਸੀ। ਰਵਨੀਤ ਬਿੱਟੂ ਨੇ ਕਿਵੇਂ, ਜਦੋਂ ਉਹ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ, ਕਿਵੇਂ ਅਫਸਰਾਂ ਦੇ ਨਾਲ ਉਹ ਕੀਤੀ। ਸੋ ਸਿਆਸੀ ਪਾਰਟੀਆਂ ਨੇ ਤਾਂ ਆਪਣੇ ਤਰੀਕੇ ਦੇ ਨਾਲ ਕੇਸਾਂ ਨੂੰ ਰੰਗਤ ਦੇਣੀ ਹੀ ਦੇਣੀ ਹੈ। ਲੇਕਿਨ ਜਿਹੜਾ ਵੱਡਾ ਵਿਸ਼ਾ ਹੈ ਇਸ ਕੇਸ ਦੇ ਵਿੱਚ, ਜੋ ਇਸ ਕੇਸ ਨੂੰ ਥੋੜਾ ਜਿਹਾ ਵਿਲੱਖਣ ਬਣਾਉਂਦਾ ਹੈ, ਉਹ ਹੈ ਅਫਸਰਾਂ ਦੇ ਉੱਤੇ ਕਾਰਵਾਈ ਹੋਣਾ। ਮੈਨੂੰ ਲੱਗਦਾ ਵੀ ਉਹ ਜਿਹੜੀ ਗੱਲਾਂ ਬਾਤਾਂ, ਐਂਡ ਆਈ ਹੋਪ ਸਿੰਸੀਅਰਲੀ ਆਪਾਂ ਇਸ ਚੀਜ਼ ਦੀ ਆਸ ਕਰੀਏ ਕਿ ਇਹ ਜਿਹੜੀ ਕਾਰਵਾਈ ਹੈ ਸਿਰਫ ਵੱਡੀਆਂ ਖਬਰਾਂ ਜਾਂ ਸੁਰਖੀਆਂ ਬਟੋਰਨ ਤੱਕ ਸੀਮਿਤ ਨਹੀਂ ਰਹੇਗੀ, ਕਿਉਂਕਿ ਇਹ ਜਿਹੜੀ ਕਾਰਵਾਈ ਹੈ ਪਹਿਲਾਂ ਵੀ ਹੋ ਸਕਦੀ ਸੀ। ਲੇਕਿਨ ਇਤਫਾਕ ਸੀ ਕਿ ਸੁੰਦਰ ਸ਼ਾਮ ਅਰੋੜਾ ਨੇ ਪਹਿਲਾਂ ਹੀ ਰਿਸ਼ਵਤ ਦੀ ਪੇਸ਼ਕਸ਼ ਕਰਕੇ ਆਪਣੇ ਆਪ ਨੂੰ ਉਸ ਕਸੂਤੀ ਸਥਿਤੀ ਵਿੱਚ ਪਾ ਲਿਆ। ਦੂਸਰਾ ਕੇਸ ਹੈ ਇੱਕ ਇਰੀਗੇਸ਼ਨ ਸਕੈਮ ਦੇ ਅੰਦਰ ਵੀ ਵੱਡੇ ਜਿਹੜੇ ਅਫਸਰ ਰਹਿ ਚੁੱਕੇ ਨੇ ਸਰਕਾਰ, ਵੱਖ-ਵੱਖ ਸਰਕਾਰਾਂ ਦੇ ਅੰਦਰ, ਉਹਨਾਂ ਦੇ ਉੱਤੇ ਵੀ ਪੁੱਛਗਿੱਛ ਹੋ ਰਹੀ ਹੈ, ਉਹਨਾਂ ਤੋਂ ਵੀ ਜਾਂਚ ਪੜਤਾਲ ਹੋ ਰਹੀ ਹੈ, ਕਿਉਂਕਿ ਇਰੀਗੇਸ਼ਨ ਸਕੈਮ ਬਹੁਤ ਵੱਡਾ ਸਕੈਮ ਸੀਗਾ ਤੇ ਮਾਨ ਸਰਕਾਰ ਵੱਲੋਂ ਉਹਦੇ ਵਿੱਚ ਵੀ ਅਫਸਰ ਜਿਹੜੇ ਸਾਬਕਾ ਆਈਏਐਸ ਆਫੀਸਰ ਨੇ ਉਹਨਾਂ ਨੂੰ ਬੁਲਾਇਆ ਗਿਆ। ਤਾਂ ਤੁਹਾਨੂੰ ਲੱਗਦਾ ਦੋ ਕੇਸ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਲੌਜਿਕ ਲਾਈਨ ਤੱਕ ਜਾ ਸਕਣਗੇ? ਦੇਖੋ ਉਹ ਬੜਾ ਵੱਡਾ ਕੇਸ ਹੈ ਕਿ ਉਸ ਵਿੱਚ ਜਿਹੜੇ ਤਤਕਾਲੀ ਚੀਫ ਸਕੱਤਰ, ਦੋ ਤਾਂ ਚੀਫ ਸਕੱਤਰ ਲੈਵਲ ਦੇ ਆਫੀਸਰ ਸੀ, ਇੱਕ ਸਰਵੇਸ਼ ਕੌਸ਼ਲ ਸੀ, ਕੇਬੀਐਸ ਸਿੱਧੂ ਸੀ, ਇੱਕ ਕਾਨ ਸਿੰਘ ਪੰਨੂ ਉਸ ਦੇ ਵਿੱਚ ਸੀ। ਜਿਹੜੇ ਅਕਾਲੀ ਸਮੇਂ ਦਾ ਉਹ ਘੁਟਾਲਾ ਹੈ, ਉਹ ਅਕਾਲੀ ਸਰਕਾਰ ਦੇ ਵਕਤ ਜਿਹੜੇ ਦੋ ਮੰਤਰੀ ਰਹੇ ਸੀ, ਇੱਕ ਸ਼ਰਨਜੀਤ ਢਿੱਲੋਂ ਸੀ ਤੇ ਇੱਕ ਹੋਰ ਤਨਮੇਜਾ ਸਿੰਘ ਸੇਖੋਂ। ਹਾਂ, ਸੋ ਇਹ ਪੰਜ ਬਹੁਤ ਹੀ ਹਾਈ ਅਪ ਸੀ, ਇਹਨਾਂ ਤੋਂ ਪੁੱਛਗਿੱਛ ਵਗੈਰਾ ਹੋਈ ਹੈ, ਹਾਈ ਕੋਰਟ ਨੇ ਬੇਲ ਵਗੈਰਾ ਦੇ ਰੱਖੀ ਹੈ। ਲੇਕਿਨ ਇਹ ਵੀ ਕੋਈ ਛੋਟਾ ਘੁਟਾਲਾ ਨਹੀਂ ਸੀ। ਜਿਹੜਾ ਇਹ ਜਿਹੜਾ ਠੇਕੇਦਾਰ ਸੀ, ਗੁਰਿੰਦਰ ਪਾਪਾ ਸ਼ਾਇਦ ਉਸਦਾ ਨਾਂ ਸੀ, ਹਾਂ ਗੁਰਿੰਦਰ ਪਾਪਾ। तो गुरिंदर पापे ने जो अपनी उस तो जो पुछगिछ की गई तो उसने अपनी किकबैक्स की गल विजिलेंस सामने कबूली। लेकिन इन्ने साल, हालांकि एआईजी आशीष कपूर जो कि हुण खुद जेल के अंदर है, उसके विवाद नाल भी बड़ा कॉम्प्लीकेटेड केस है। लेकिन मुढ़ली गल ये सी भी जदों ये घोटाला अनलिड अनअर्थ हुंदा है, जदों ये पता लगता है एक ठेकेदार नूं चुक लिया जाता है, वो फिर अपनी गवाही दे विच मंत्रियों के नाल लै जांदा है, वो दसदा भी मैं किहड़े-किहड़े अफसर नूं किन्ने-किन्ने पैसे दित्ते। ਉਸ ਤੋਂ ਬਾਅਦ ਉਸ ਕੇਸ ਨੂੰ ਇੰਨੇ ਸਾਲ ਦਬਾ ਕੇ ਰੱਖਿਆ ਜਾਂਦਾ ਹੈ ਤੇ ਹੁਣ ਉਸ ਕੇਸ ਦੀਆਂ ਪਰਤਾਂ ਜੇ ਦੁਬਾਰਾ ਖੁੱਲਣੀਆਂ ਸ਼ੁਰੂ ਹੋਈਆਂ ਨੇ, ਐਂਡ ਆਈ ਹੋਪ ਉਹ ਬਹੁਤ ਸੀਰੀਅਸ ਕੇਸ ਹੈ, ਬਹੁਤ ਹੀ ਗੰਭੀਰ ਕੇਸ ਹੈ। ਠੀਕ ਹੈ ਵੀ ਬਹੁਤ ਹੀ ਸ਼ਕਤੀਸ਼ਾਲੀ ਪੰਜਾਬ ਦੇ ਜਿਹੜੇ ਅਫਸਰ ਸੀ, ਜੋ ਕਿ ਤੁਸੀਂ ਇਹ ਦੇਖੋ ਨਾ ਵੀ ਕੇਬੀਐਸ ਸਿੱਧੂ ਜਾਂ ਸਰਵੇਸ਼ ਕੌਸ਼ਲ ਤਾਂ ਖੈਰ ਚਲੋ ਪਹਿਲਾਂ ਰਿਟਾਇਰ ਹੋ ਗਏ ਸੀ, ਲੇਕਿਨ ਉਹ ਵੀ ਸਰਵੇਸ਼ ਕੌਸ਼ਲ ਚੀਫ ਸਕੱਤਰ ਸੀ ਪੰਜਾਬ ਦੇ, ਕੇਬੀਐਸ ਸਿੱਧੂ ਫਾਈਨਾਂਸ ਸਕੱਤਰ ਪੰਜਾਬ ਦੇ, ਕਾਲ ਸਿੰਘ ਪੰਨੂ ਵੀ ਪਾਵਰਫੁਲ ਅਫਸਰ ਸੀ। ਸੋ ਇਹ ਸਾਰੇ ਦੇ ਸਾਰੇ ਅਫਸਰ ਅਹੁਦਿਆਂ ਤੇ ਬੈਠੇ ਸੀ ਤੇ ਇੱਕ ਵਿਜੀਲੈਂਸ ਦਾ ਜਿਹੜਾ ਏਆਈਜੀ ਸੀ ਆਸ਼ੀਸ਼ ਕਪੂਰ, ਉਹ ਇਹਨਾਂ ਕੇਸਾਂ ਦੀ ਜਾਂਚ ਕਰਦਾ ਪਿਆ ਸੀ। ਉਹ ਵਿਜੀਲੈਂਸ ਦਾ ਏਆਈਜੀ ਆਪਣੀ ਹੀ ਭੰਬਲ ਭੂਸੇ ਚ ਉਲਝਿਆ ਹੋਇਆ ਸੀ। ਇੱਕ ਮਹਿਲਾ ਨੇ ਉਹਦੇ ਉੱਤੇ, ਇੱਕ ਮਹਿਲਾ ਦੇ ਨਾਲ ਉਸਨੇ ਜੇਲ੍ਹ ਦੇ ਵਿੱਚ ਕੀ ਕੀਤਾ, ਉਸਦੇ ਨਾਲ ਸਰੀਰਕ ਸੰਬੰਧ ਬਣਾਇਆ, ਉਹਦੀ ਇੱਕ ਆਪਣੀ ਹੀ ਰਾਮ ਡੋਲਾ ਦਾ ਚੱਲੀ ਜਾ ਰਿਹਾ ਸੀ। ਹੁਣ ਇਹੋ ਜਿਹਾ ਦਾਗੀ ਅਫਸਰ ਜਿਹਦੇ ਆਪਣੇ ਖਿਲਾਫ ਇਨਕੁਆਇਰੀਆਂ ਚੱਲਦੀਆਂ ਪਈਆਂ ਸੀ, ਉਹ ਸੂਬੇ ਦੇ ਸਭ ਤੋਂ ਸ਼ਕਤੀਸ਼ਾਲੀ ਆਈਐਸ ਅਫਸਰਾਂ ਦੇ ਖਿਲਾਫ ਪੜਤਾਲ ਕਰ ਰਿਹਾ ਸੀ। ਸੋ ਉਸਨੇ ਕਿਸੇ ਸਿੱਟੇ ਤੇ ਤਾਂ ਪਹੁੰਚਣਾ ਨਹੀਂ ਸੀ। ਸੋ 4-5 ਸਾਲ ਭੰਬਲ ਭੂਸੇ ਜੋ ਕੇਸ ਪਿਆ ਰਿਹਾ। ਸੋ ਲੈਟ ਅਸ ਹੋਪ ਕਿ ਹੁਣ ਉਹ ਕੇਸ ਦੀਆਂ ਜਿਹੜੀਆਂ ਪਰਤਾਂ ਖੁੱਲਣਗੀਆਂ। ਅਜੇ ਵੀ ਹਾਈ ਕੋਰਟ ਨੇ ਸ਼ਾਇਦ ਰਿਲੀਫ ਦਿੱਤਾ ਹੋਇਆ ਇਹਨਾਂ ਅਫਸਰਾਂ ਨੂੰ, ਸੋ ਇਹਨਾਂ ਨੂੰ ਗ੍ਰਿਫਤਾਰ ਤਾਂ ਨਹੀਂ ਕੀਤਾ ਜਾ ਸਕਿਆ। ਲੇਕਿਨ ਉਹ ਗੁਰਿੰਦਰ ਪਾਪੇ ਦੀ ਜਿਹੜੀਆਂ ਸਟੇਟਮੈਂਟਾਂ ਰਹੀਆਂ, ਰਿਕਾਰਡ ਹੋਈਆਂ ਵਿਜੀਲੈਂਸ ਬਿਊਰੋ ਦੇ ਵਿੱਚ, ਉਹ ਜਿਹੜੇ ਕਾਗਜ਼ ਸੀਗੇ ਉਹਨੂੰ ਵਿਜੀਲੈਂਸ ਰਿਕਾਰਡ ਦੇ ਵਿੱਚ ਦਬਾ ਕੇ ਰੱਖਿਆ ਗਿਆ। ਉਹਨਾਂ ਨੂੰ ਇਨਫੈਕਟ ਮੈਨੂੰ ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਕਈ ਸਾਲ ਤਾਂ ਉਹ ਜਿਹੜੇ ਉਹਦੀ ਕਨਫੈਸ਼ਨਲ ਸਟੇਟਮੈਂਟਾਂ ਸੀ ਉਹ ਗਾਇਬ ਹੀ ਕਰਤੀਆਂ ਗਈਆਂ। ਸੋ ਇਸ ਤਰੀਕੇ ਦੀ ਵਿਜੀਲੈਂਸ ਬਿਊਰੋ, ਦੇਖੋ ਭਾਵੇਂ ਹੁਣ ਇਸ ਕੇਸ ਦੇ ਵਿੱਚ ਚੰਗਾ ਕੰਮ ਕੀਤਾ ਹੈ, ਲੇਕਿਨ ਪੰਜਾਬ ਵਿਜੀਲੈਂਸ ਬਿਊਰੋ ਨੂੰ ਇੱਕ ਬਹੁਤ ਹੀ, ਜੇ ਆਪਾਂ ਕ੍ਰਿਟੀਕਲ ਨਜ਼ਰ ਨਾਲ ਦੇਖੀਏ ਤਾਂ ਇਸ ਦੇ ਵਿੱਚ ਬਹੁਤ ਵੱਡੀ ਜਿਹੜੀ ਗੜਬੜਾਂ ਹੁੰਦੀਆਂ ਨੇ ਉਹ ਪੰਜਾਬ ਵਿਜੀਲੈਂਸ ਬਿਊਰੋ ਨੇ ਖੁਦ ਕੀਤੀਆਂ ਹੋਈਆਂ ਨੇ। ਕੇਸਾਂ ਨੂੰ ਕਿਵੇਂ ਬਣਾਉਣਾ ਹੈ, ਪਹਿਲਾਂ ਤਾਂ ਕੇਸਾਂ ਦੇ ਵਿੱਚ ਲੋਕਾਂ ਨੂੰ ਫਸਾਤਾ ਜਾਂਦਾ ਹੈ, ਉਹਨਾਂ ਦੇ ਖਿਲਾਫ ਸਟੇਟਮੈਂਟ ਲੈ ਲਈਆਂ ਜਾਂਦੀਆਂ ਨੇ, ਬਾਅਦ ਦੇ ਵਿੱਚ ਫਿਰ ਆਰਮ ਟਵਿਸਟਿੰਗ ਜਦੋਂ ਕੀਤੀ ਜਾਂਦੀ ਹੈ, ਹੁਣ ਪਤਾ ਨਹੀਂ ਉਹਨਾਂ ਕਨਫੈਸ਼ਨਸ ਨੂੰ ਕਿਸ ਕੇਸ ਲਈ ਵਰਤਿਆ ਗਿਆ, ਨਹੀਂ ਵਰਤਿਆ ਗਿਆ। ਇਹ ਤਾਂ ਚੀਜ਼ਾਂ ਚਲੋ ਕਿਸੇ ਹੋਰ ਰਿਪੋਰਟ 'ਚ ਆਪਾਂ ਡਿਸਕਸ ਕਰਾਂਗੇ। ਲੇਕਿਨ ਇਹ ਗੱਲ ਸਹੀ ਹੈ ਕਿ ਇਸ ਵਕਤ ਵਿਜੀਲੈਂਸ ਬਿਊਰੋ ਦੇ ਜਿਹੜੇ ਅਫਸਰ ਨੇ, ਮੈਂ ਆਸ ਕਰਦਾ ਹੈ ਕਿ ਉਹ ਇਮਾਨਦਾਰੀ ਦੇ ਨਾਲ ਕੰਮ ਕਰ ਵੀ ਰਹੇ ਨੇ ਤੇ ਉਹਨਾਂ ਦਾ ਇੱਕ ਮਕਸਦ ਹੈ। ਇਹਨੂੰ ਆਪਾਂ ਪੋਲੀਟੀਕਲ ਵਿਚ ਹੰਟਿੰਗ ਨਹੀਂ ਕਹਿ ਸਕਦੇ। ਜੇ 10 ਸਰਕਾਰੀ ਅਫਸਰ ਤੇ 3 ਰੀਅਲ ਏਸਟੇਟ ਦੇ ਜਿਹੜੀ ਕੰਪਨੀ ਹੈ ਗੁਲਮੋਹਰ, ਉਸਦੇ ਜਿਹੜੇ ਓਨਰ ਹੈਗੇ ਨੇ, ਡਾਇਰੈਕਟਰ ਹੈਗੇ ਨੇ, ਜੇ ਉਹਨਾਂ ਦੇ ਉੱਤੇ ਪਰਚੇ ਰਜਿਸਟਰ ਹੋ ਸਕਦੇ ਨੇ, ਉਹਨਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਨੇ,
ਤਾਂ ਫਿਰ ਇਸ ਨੂੰ ਵਿਚ ਹੰਟਿੰਗ ਨਾ ਕਿਹਾ ਜਾਏ। ਸੁੰਦਰ ਸ਼ਾਮ ਅਰੋੜਾ ਦੇ ਬਾਰੇ ਮੈਂ ਜ਼ਿਆਦਾ ਰਾਜਾ ਵੜਿੰਗ ਹੋਣਾ ਜਾਂ ਕਾਂਗਰਸ ਦੀ ਲੀਡਰਸ਼ਿਪ ਤੋਂ ਉਸ ਲੈਵਲ ਤੇ ਸੁਣਿਆ ਵੀ ਨਹੀਂ ਹੈ। ਇੱਕ ਰਸਮੀ ਜਾਂ ਉਹਨਾਂ ਨੇ ਜੇ ਕੋਈ ਬਿਆਨ ਦਿੱਤਾ ਹੋਵੇ ਸਿਆਸੀ ਬਦਲਾਖੋਰੀ ਤਾਂ ਇੱਕ ਵੱਖਰੀ ਗੱਲਬਾਤ ਹੈ, ਲੇਕਿਨ ਆਈ ਹੋਪ ਕਿ ਦਿਸ ਕੇਸ ਗੋਜ਼ ਅ ਲੌਂਗ ਵੇ ਫਾਰਵਰਡ। ਬਾਕੀ ਹਜੇ ਤੱਕ ਤਾਂ ਵਿਜੀਲੈਂਸ ਬਿਊਰੋ ਦਾ ਟਰੈਕ ਰਿਕਾਰਡ ਬਹੁਤ ਮਾੜਾ ਹੈ। ਕੇਸ ਰਜਿਸਟਰ ਕਰ ਦਿੰਦੇ ਨੇ, ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਪ੍ਰੂਵ ਕਰਨਾ, ਸਾਬਤ ਕਰਨਾ, ਖੁਦ ਉਹਨਾਂ ਦੇ ਅਫਸਰ ਅਦਾਲਤਾਂ ਦੇ ਵਿੱਚ ਮੁੱਕਰਦੇ ਹੋਏ ਵੀ ਅਸੀਂ ਦੇਖੇ ਨੇ ਬੜੇ ਵੱਡੇ ਕੇਸਾਂ ਦੇ ਵਿੱਚ। ਕਦੇ ਸਮਾਂ ਹੋਏਗਾ ਤਾਂ ਉਹ ਵੀ ਚਰਚਾਵਾਂ ਕਰ ਲਾਂਗੇ, ਲੇਕਿਨ ਜਿਵੇਂ ਹੌਸਟਾਈਲ ਹੁੰਦੇ ਨੇ ਗਵਾਹਾਂ ਨੂੰ ਤਾਂ ਇਹਨਾਂ ਨੇ ਕੀ ਖੜਨਾ, ਇਹਨਾਂ ਦੇ ਅਫਸਰ ਹੀ ਆਪਣੇ ਬਿਆਨਾਂ ਤੇ ਕਈ ਵਾਰ ਨਹੀਂ ਖੜਦੇ। ਲੇਕਿਨ ਆਈ ਹੋਪ ਦਿਸ ਟਾਈਮ ਇਜ਼ ਡਿਫਰੈਂਟ। ਕਾਂਗਰਸ ਇਹ ਸਾਰੀ ਚੀਜ਼ਾਂ ਤੋਂ ਉੱਭਰ ਸਕਦੀ ਹੈਗੀ ਹੈ, ਕਿਉਂਕਿ ਕਾਂਗਰਸ ਦੇ ਇੱਕ ਤੋਂ ਬਾਅਦ ਇੱਕ ਜਿਹੜੇ ਸਾਬਕਾ ਜਿਹੜੇ ਮੰਤਰੀ ਰਹਿ ਚੁੱਕੇ ਨੇ, ਵਜ਼ੀਰ ਰਹਿ ਚੁੱਕੇ ਨੇ, ਉਹ ਜੇਲ੍ਹ ਦੇ ਵਿੱਚ ਜਾ ਰਹੇ ਨੇ, ਕਰਪਸ਼ਨ ਦੇ ਦੋਸ਼ ਲੱਗ ਰਹੇ ਹੈਗੇ ਨੇਗੇ। ਤੇ ਉਧਰ ਦੂਜੇ ਪਾਸੇ ਰਵਨੀਤ ਬਿੱਟੂ ਕਹਿੰਦੇ ਹੈਗੇ ਭਾਰਤ ਜੋੜੋ ਯਾਤਰਾ ਦਾ ਜਿਹੜਾ ਮੂੰਹ ਹੈ ਉਹ ਵਿਜੀਲੈਂਸ ਦਫ਼ਤਰ ਵੱਲ ਵੀ ਕੀਤਾ ਜਾ ਸਕਦਾ ਜੇ ਆਈ ਵਿੱਚ ਹੰਟਿੰਗ ਚੱਲਦੀ ਰਹੀ, ਬਦਲਾਖੋਰੀ ਚੱਲਦੀ ਰਹੀ। ਦੇਖੋ ਜੀ, ਜੇ ਭਾਰਤ ਜੋੜੋ ਯਾਤਰਾ ਦਾ ਮੂੰਹ ਵਿਜੀਲੈਂਸ ਬਿਊਰੋ ਵੱਲ ਕਰਤਾ ਤਾਂ ਫਿਰ ਭਾਰਤ ਜੋੜੋ ਯਾਤਰਾ ਦਾ ਵੀ ਕੁਝ ਮੈਨੂੰ ਲੱਗਦਾ ਨਹੀਂ ਬਚਣਾ ਹੈਗਾ, ਕਿਉਂਕਿ ਇੱਕ ਵੱਖਰੇ ਤੇ ਚੰਗੇ ਮਕਸਦ ਨਾਲ ਦੇਖੋ ਦੇਸ਼ ਦੇ ਵਿੱਚ ਜਦੋਂ ਫਿਰਕਾ ਪ੍ਰਸਤੀ ਨੂੰ ਸੁਲਗਾਇਆ ਜਾ ਰਿਹਾ, ਫਿਰਕੇ ਪ੍ਰਸਤੀ ਦੀ ਅੱਗ ਨੂੰ ਸੁਲਗਾਇਆ ਜਾ ਰਿਹਾ ਹੋਵੇ ਤਾਂ ਇੱਕ ਚਲੋ ਸਿਆਸੀ ਮਫਾਦ ਦੇ ਕਾਰਨ ਹੀ ਸਹੀ, ਲੇਕਿਨ ਇੱਕ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ। ਲੇਕਿਨ ਉਸ ਨੂੰ ਜੇ ਐਡੇ ਸੌੜੇ ਹਿੱਤਾਂ ਜਾਂ ਐਡੇ ਦੇਖੋ ਕਰਪਸ਼ਨ ਕੀਤੀ ਹੋਵੇ, ਮਹਿਕਮਿਆਂ ਦੇ ਵਿੱਚ ਕਰਪਸ਼ਨ ਖੁੱਲ੍ਹੇਆਮ ਹੋਈ ਹੋਵੇ, ਦੇਖੋ ਲੋਕਾਂ ਨੂੰ ਤਾਂ ਸਭ ਪਤਾ ਹੈ, ਪੰਜਾਬ ਦੀ ਜਨਤਾ ਨੂੰ ਸਭ ਪਤਾ ਹੈ, ਮਹਿਕਮੇ ਦੇ ਲੋਕਾਂ ਨੂੰ ਸਾਰਾ ਕੁਝ ਪਤਾ ਹੁੰਦਾ, ਪੱਤਰਕਾਰਾਂ ਨੂੰ ਵੀ ਸਭ ਕੁਝ ਪਤਾ ਹੁੰਦਾ। ਗੱਲ ਤਾਂ ਇੰਨੀ ਕਿ ਵੀ ਉਸਨੂੰ ਸਪੈਲ ਆਊਟ ਕਰਨਾ ਹੈ, ਉਸਨੂੰ ਫਲੈਗ ਕਰਨਾ ਹੈ। ਫਲੈਗ ਤਾਂ ਹੀ ਕੀਤਾ ਜਾ ਸਕਦਾ ਜਦੋਂ ਕੋਈ ਆਧਾਰ ਹੋਵੇ। ਆਧਾਰ ਕੌਣ ਪ੍ਰੋਵਾਈਡ ਕਰਦਾ ਹੈ? ਸਾਡੀਆਂ ਜਿਹੜੀਆਂ ਪੜਤਾਲੀ ਏਜੰਸੀਆਂ ਕਰਦੀਆਂ ਨੇ, ਵਿਜੀਲੈਂਸ ਬਿਊਰੋ ਕਰ ਸਕਦਾ ਹੈ। ਸੋ ਜਦੋਂ ਵਿਜੀਲੈਂਸ ਬਿਊਰੋ ਨੇ ਦੋਨਾਂ ਕੋਲ ਸ਼ਕਤੀ ਆਈ, ਤਾਕਤ ਆਈ, ਉਹਨਾਂ ਨੇ ਚੀਜ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਕੱਢਿਆ। ਉਸੇ ਵਕਤ ਹੀ ਅਸੀਂ ਮੀਡੀਆ ਦੇ ਵਿੱਚ ਗੱਲ ਕਰ ਰਹੇ ਹਾਂ, ਉਸ ਤੋਂ ਪਹਿਲਾਂ ਸਾਡੇ ਕੋਲ ਕੋਈ ਲੰਬਾ ਚੌੜਾ ਆਧਾਰ ਨਹੀਂ ਆਇਆ, ਸਾਡੀ ਆਪਣੀ ਪੜਤਾਲ ਦੇ ਵਿੱਚ ਇਹ ਚੀਜ਼ਾਂ ਕਿਤੇ ਆਈਆਂ ਹੋਣ। ਸੋ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਕੋਈ ਇਸ ਚੀਜ਼ ਨੂੰ ਲੈ ਕੇ ਮੁਗਾਲਤਾ ਹੈ ਨਹੀਂ। ਜਿੱਥੇ ਤੱਕ ਇਹ ਕਾਂਗਰਸ ਦੇ ਉਭਰਨ ਦੀ ਗੱਲ, ਕਹਿੰਦੇ ਦਿਲ ਕੋ ਬਹਿਲਾਨੇ ਕੇ लिए गालिब ये ख्याल अच्छा है। ਕਾਂਗਰਸ ਜੋ ਚਾਹੁੰਦੀ ਹੈ ਸੋਚੇ, ਜਿਸ ਤਰੀਕੇ ਦੇ ਨਾਲ ਉਹ ਆਪਣੀ ਰਿਸਰਜੈਂਸ ਚਾਹੁੰਦੇ ਆ, ਕਿਉਂਕਿ ਪੋਲੀਟੀਕਲ ਜਿਹੜੇ ਲੀਡਰ ਨੇ ਨਾ ਸਾਡੇ, ਉਹ ਇਮਿਊਨ ਹੋ ਚੁੱਕੇ ਨੇ। ਉਹਨਾਂ ਲਈ ਕਰਪਸ਼ਨ ਤੇ ਭ੍ਰਿਸ਼ਟਾਚਾਰ ਇਸ਼ੂ ਹੀ ਨਹੀਂ ਰਿਹਾ। ਹੁੰਦਾ ਸੀ ਪੰਜਾਬ ਦੇ ਵਿੱਚ 2002 ਤੋਂ ਲੈ ਕੇ ਪਹਿਲਾਂ 2002 ਤੋਂ ਲੈ ਕੇ 2010 ਤੱਕ ਬਹੁਤ ਵੱਡਾ ਇਸ਼ੂ ਹੁੰਦਾ ਸੀ ਕਿਸੇ ਸਮੇਂ, ਲੇਕਿਨ ਉਸ ਤੋਂ ਬਾਅਦ ਸਿਆਸੀ ਨੇਤਾਵਾਂ ਨੂੰ ਲੱਗਿਆ ਵੀ ਯਾਰ ਹੁਣ ਉਹਨਾਂ ਦੀ ਵਾਰੀ ਹੈ ਤੇ ਹੁਣ ਸਾਡੀ ਵਾਰੀ, ਉਹ ਵਾਰੀ ਵੱਟਾ ਜਿਹਾ ਸ਼ੁਰੂ ਹੋ ਗਿਆ। ਤੇ ਜੇ ਇਹ ਮੌਜੂਦਾ ਸਰਕਾਰ ਉਸ ਜਿਹੜਾ ਚੱਕਰ ਹੈ, ਉਹ ਸਾਈਕਲ ਨੂੰ ਤੋੜਦੀ ਹੈ ਤੇ ਇਹ ਚੀਜ਼ ਮਹਿਸੂਸ ਕਰਾਉਂਦੀ ਹੈ ਨਾ ਸਿਆਸਤਦਾਨਾਂ ਨੂੰ ਕਿ ਤੁਸੀਂ ਇਮਿਊਨਿਟੀ ਦੇ ਨਾਲ, ਬਿਨਾਂ ਕਿਸੇ ਰੋਕ ਟੋਕ ਦੇ ਭ੍ਰਿਸ਼ਟਾਚਾਰ ਨਹੀਂ ਕਰ ਸਕਦੇ, ਘਪਲੇ ਸੌਦੇਬਾਜ਼ੀਆਂ ਨਹੀਂ ਕਰ ਸਕਦੇ। ਜੇ ਕਰੋਗੇ ਤਾਂ ਫੜੇ ਜਾਓਗੇ ਤੇ ਤੁਹਾਡੇ ਖਿਲਾਫ ਅਦਾਲਤਾਂ ਦੇ ਵਿੱਚ ਚਾਰजेस ਲੱਗਣਗੇ ਵੀ ਤੇ ਸਾਬਤ ਵੀ ਹੋਣਗੇ, ਕਿਉਂਕਿ ਸਾਬਤ ਕਰਨਾ ਬੜੀ ਜ਼ਰੂਰੀ ਗੱਲਬਾਤ ਹੈ। ਅੱਜ ਵੀ ਇੰਝ ਲੱਗਦਾ ਕਿ ਇਹ ਮੰਤਰੀਆਂ ਸੰਤਰੀਆਂ ਨੂੰ, ਕਿ ਅਸੀਂ ਵਕੀਲਾਂ ਨੂੰ, ਇਸ ਕੇਸ ਦੇ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਨਕੁਆਇਰੀਆਂ ਇੱਕ ਦੋ ਹੋਰ ਹੋ ਰਹੀਆਂ ਨੇ, ਇਨਕੁਆਇਰੀ ਨੰਬਰ 3 ਤੇ ਇਨਕੁਆਇਰੀ ਨੰਬਰ 4, ਲੇਕਿਨ ਉਹਨਾਂ ਕੇਸਾਂ ਦੇ ਵਿੱਚ FIR ਦਰਜ ਇਸ ਵਾਸਤੇ ਨਹੀਂ ਕੀਤੀ ਗਈ ਕਿਉਂਕਿ ਉਹ ਵੀ ਘੁਟਾਲੇ ਹੈਗੇ ਨੇ, ਰਿਲੇਟਡ ਘੁਟਾਲੇ ਹੈਗੇ ਨੇ, ਲੇਕਿਨ ਡਰ ਇਹ ਸੀ ਕਿ ਉਹਨਾਂ ਕੇਸਾਂ ਦੇ ਵਿੱਚ ਅਦਾਲਤਾਂ ਤੋਂ ਬਹੁਤ ਛੇਤੀ ਰਿਲੀਫ ਮਿਲ ਜਾਣੇ। ਸੋ ਇਸ ਕੇਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੁਹਾੜਾ ਆਪਣੇ ਪੈਰ ਤੇ ਮਾਰਿਆ, ਉਹ ਸੁੰਦਰ ਸ਼ਾਮ ਅਰੋੜੇ ਨੇ 50 ਲੱਖ ਦੀ ਰਿਸ਼ਵਤਖੋਰੀ ਦੀ ਜਿਹੜੀ ਹਰਕਤ ਕੀਤੀ ਆ, ਪੇਸ਼ਕਸ਼ ਕੀਤੀ, ਉੱਥੋਂ ਮਾਰਿਆ। ਤੇ ਹੁਣ ਆ ਜਿਹੜੀਆਂ ਚੀਜ਼ਾਂ ਦਸਤਾਵੇਜ਼ਾਂ ਦੀ ਸ਼ਕਲ ਵਿੱਚ ਨਿਕਲੀਆਂ ਨੇ, ਆਈ ਹੋਪ ਇਟ ਇਜ਼ ਗੋਇੰਗ ਟੂ ਬੀ ਅ ਸਟਰੋਂਗ ਕੇਸ। ਜੀ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਮਸਲੇ ਦੇ ਉੱਤੇ ਐਡਰੈਸ ਕਰਨ ਵਾਸਤੇ, ਉਸ ਉੱਤੇ ਸਹੀ ਚਾਨਣ ਪਾਉਣ ਵਾਸਤੇ ਬਹੁਤ ਬਹੁਤ ਧੰਨਵਾਦ।